ਭਰਗਾਨੰਦ ਦਾ ਨੋਵਲ ਹੈ ਨਦੀ ਵਰਗੀ ਕੁੜੀ। ਪਾਠ ਪਹਿਲਾ। ਜਿਨ੍ਹਾਂ ਸਮਿਆਂ ਦੀ ਮੈਂ ਗੱਲ ਕਰ ਰਿਹਾ, ਉਸ ਸਮੇਂ ਲੋਕ ਜੀਵਨ ਬੜਾ ਸਾਦਾ ਹੁੰਦਾ ਸੀ। ਅੱਜ ਵਰਗਾ ਰੋਲ ਘਚੋਲਾ ਜਾਂ ਪੇਚੀਦਗੀ ਨਹੀਂ ਸੀ ਹੁੰਦੀ। ਖਿੱਤੇ 'ਚ ਇੱਕਾ ਦੁੱਕਾ ਸ਼ਹਿਰ ਹੁੰਦਾ, ਬਾਕੀ ਸਾਰੀ ਵਸੋਂ ਪੇਂਡੂ ਸੀ। ਮੁੱਖ ਕਿੱਤਾ ਖੇਤੀਬਾੜੀ ਸੀ। ਕੁਝ ਕੁ ਘਰ ਪੇਂਡੂ ਦਸਤਕਾਰਾਂ ਦੇ ਵੀ ਹੁੰਦੇ, ਜਿਨ੍ਹਾਂ ਦਾ ਧੰਦਾ ਖੇਤੀਬਾੜੀ ਨਾਲ ਜੁੜਿਆ ਸੀ। ਲੁਹਾਰ, ਤਰਖਾਣ, ਜੁਲਾਹੇ, ਤੇਲੀ, ਵਾਹੀਕਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ। ਬਦਲੇ 'ਚ ਖੇਤੀ ਉਪਜ ਦਾ ਕੁਝ ਹਿੱਸਾ ਬੰਨਿਆ ਹੁੰਦਾ। ਹਲਾਂ ਦੀ ਜੋਤ ਅਨੁਸਾਰ ਹਿੱਸਾ ਤੈਅ ਕੀਤਾ ਹੁੰਦਾ। ਇੱਕ ਹਲ ਦੀ ਖੇਤੀ ਤਾਂ ਹਾੜੀ ਸੌਣੀ 2 ਮਣ ਦਾਣੇ, ਜੇ 2 ਹਲਾਂ ਦੀ ਪੈਲੀ ਹੁੰਦੀ ਤਾਂ 4 ਮਣ। ਬਾਣੀਆਂ ਜਿਹਨੂੰ ਸ਼ਾਹੂਕਾਰ ਜਾਂ ਸ਼ਾਹ ਜੀ ਦਾ ਦਰਜਾ ਪ੍ਰਾਪਤ ਸੀ, ਉੱਪਰ ਫਸਲ ਦੀ ਸਾਰੀ ਵੇਚ ਵੱਟ ਤੇ ਲੈਣ ਦੇਣ ਦਾ ਦਾਰੋਮਦਾਰ ਹੁੰਦਾ ਸੀ। ਲੋਕ ਅਨਪੜ੍ਹ ਹੁੰਦੇ ਤੇ ਸ਼ਾਹੂਕਾਰ ਅੱਖਰ ਲਿਖਣ ਜਾਣਦਾ ਹੁੰਦਾ। ਇਹ ਉਹਦੀ ਇਮਾਨਦਾਰੀ ਤੇ ਨਿਰਭਰ ਹੁੰਦਾ, ਚਾਹੇ ਹਿਸਾਬ ਸਾਫ ਸੁਥਰਾ ਰੱਖੇ ਜਾਂ ਕੋਈ ਕਾਲਾ ਮਾਲਾ ਕਰੇ। ਜ਼ਿਆਦਾਤਰ ਕਾਲਾ ਮਾਲਾ ਵੱਧ ਹੁੰਦਾ। ਭੋਲੇ ਭਾਲੇ ਲੋਕਾਂ ਤੋਂ ਜਿੱਥੇ ਚਾਹੁੰਦਾ ਅੰਗੂਠਾ ਲਗਵਾ ਲੈਂਦਾ। ਉਹਨਾਂ ਦਿਨਾਂ 'ਚ ਛੋਟੇ ਮਾਜਰਾ ਪਿੰਡ ਜ਼ਿਆਦਾ ਸਨ। ਵੱਡੇ ਵੱਧ ਆਬਾਦੀ ਤੇ ਆਕਾਰ ਵਾਲੇ ਪਿੰਡ ਦੂਰ ਦੁਰਾਡੇ ਹੁੰਦੇ। ਕਿਤੇ ਕਿਤੇ ਕਿਸੇ ਜਗੀਰਦਾਰ ਦੀ ਮੇਰ ਵਾਲਾ ਪਿੰਡ ਸੀ, ਜਿਹਦੇ ਸਾਰੇ ਰਕਬੇ ਦਾ ਮਾਲਕ ਸਰਦਾਰ ਤੇ ਬਾਕੀ ਸਾਰੇ ਬੇਮਾਲਕ ਮੁਜਾਰੇ। ਉੱਥੋਂ ਦੀ ਸਾਰੀ ਚੌਧਰ ਤੇ ਆਰਥਿਕਤਾ ਦਾ ਮਾਲਕ ਜਗੀਰਦਾਰ ਹੀ ਹੁੰਦਾ ਸੀ। ਕੰਮੀ ਤਾਂ ਉਹਦੀ ਮਰਜ਼ੀ ਬਗੈਰ ਖੇਤਾਂ 'ਚੋਂ ਘਾਹ ਖੋਤਣ ਦੀ ਹੱਕਦਾਰ ਵੀ ਨਹੀਂ ਸਨ। ਇਹਦੇ ਬਾਵਜੂਦ ਲੋਕ ਰੱਜ ਕੇ ਰੋਟੀ ਖਾਈ ਜਾਂਦੇ। ਜੇ ਆਮਦਨ ਘੱਟ ਸੀ ਤਾਂ ਲੋੜਾਂ ਵੀ ਬਹੁਤ ਘੱਟ ਸੀ। ਆਦਮੀ 2-2 ਖੱਦਰ ਦੇ ਕੁੜਤੇ ਨਿੱਕਰਾਂ ਕਹਾਈਆਂ ਨਾਲ ਸਾਲ ਲੰਘਾ ਲੈਂਦੇ। ਬਹੁਤ ਘਰਾਂ ਦੀਆਂ ਤੀਵੀਆਂ ਵਿਚਾਰੀਆਂ ਉਦੋਂ ਤੱਕ ਨਵੀਂ ਸਲਵਾਰ ਕੁੜਤੀ ਨਾ ਸਵਾਉਂਦੀਆਂ ਜਦ ਤੱਕ ਟਾਕੀਆਂ ਲੱਗੀ ਪਹਿਲੀ ਘਸ ਕੇ ਪਾਟ ਨਾ ਜਾਂਦੀ। ਵਿਰਲੇ ਘਰਾਂ 'ਚ ਪੱਕੀਆਂ ਇੱਟਾਂ ਲੱਗੀਆਂ ਹੁੰਦੀਆਂ, ਨਹੀਂ ਤਾਂ ਸਾਰੇ ਕੋਠੜੀਆਂ ਵਾਗਲ ਕੱਚੇ ਛੱਪੜੀ ਡਲਿਆ ਹੁੰਦੇ। ਛੱਤਾਂ ਵੀ ਅਣਘੜ ਲਟੈਣਾ ਤੇ ਕੜੀਆਂ ਦੇ ਆਸਰੇ ਖੜਾਈਆਂ ਜਾਂਦੀਆਂ। ਪਾਣੀ ਦੀ ਘਾਟ ਹੁੰਦੀ, ਪਰ ਦੁੱਧ ਘਿਓ ਹਰ ਘਰ 'ਚ ਆਮ ਹੁੰਦਾ। ਲੋਕ ਪਸ਼ੂ ਜੋ ਪਾਲਦੇ ਸਨ, ਘਰਾਂ 'ਚ ਸਾਰੇ ਜੀਆਂ ਨੂੰ ਕੰਮ ਕਰਨਾ ਪੈਂਦਾ। ਆਟਾ ਦਾਣ ਪੀਣ ਤੋਂ ਰੂਹ ਵੇਲਣ ਤੱਕ, ਕੱਖ ਕੰਡੇ ਤੋਂ ਪਸ਼ੂਆਂ ਦੀ ਸਾਂਭ ਸੰਭਾਈ ਤੱਕ। ਘਰ ਦੀ ਸੁਆਣੀ ਘਰ ਵਿੱਚ ਮਰੈਲਣ ਹੁੰਦੀ ਤੇ ਮਾਲਕ ਬਾਹਰ ਖੇਤੀ ਪੱਤੀ ਤੇ ਵੇਚ ਵੱਟ ਦਾ ਮੋਢੀ ਹੁੰਦਾ। ਕਈ ਥਾਵੇਂ ਜੇ ਤੀਵੀਂ ਤੜਵੈਲ ਹੁੰਦੀ ਤੇ ਆਦਮੀ ਨਰਮ ਕਿਸਮ ਦਾ ਦੱਬੂ ਹੁੰਦਾ ਤਾਂ ਸਾਰਾ ਕਾਰੋਬਾਰ ਲਾਣੇਦਾਰਨੀ ਦੇ ਹੱਥ 'ਚ ਰਹਿੰਦਾ। ਲਾਣੇਦਾਰ ਕੇਵਲ ਡੰਗਰਾਂ ਨੂੰ ਕੱਖ ਪਾਉਣ ਤੇ ਖੇਤਾਂ 'ਚ ਘੱਟਾ ਢੋਣ ਲਈ ਖੁੱਲ੍ਹਾ ਛੱਡਿਆ ਹੁੰਦਾ। ਇਹਦੇ ਬਾਵਜੂਦ ਆਮ ਜੀਵਨ ਬੜੀ ਸਬਰ ਸਬੂਰੀ, ਸਾਂਝੀਵਾਲਤਾ ਤੇ ਵੱਡੇ ਛੋਟੇ ਦੀ ਪਰੋਂ ਰੱਖਣ ਵਾਲੇ ਮੋਹ ਪਿਆਰ 'ਚ ਬੱਝਾ ਚੱਲਦਾ ਰਹਿੰਦਾ। ਸਬਰ ਸਬੂਰੀ ਦੀ ਹੱਦ ਇਹ ਹੁੰਦੀ ਕਿ ਇੱਕੋ ਘਰ 'ਚ ਕਈ ਜੋੜੇ ਛੜੇ ਛੜਾਂਗ ਦਿਓਰ ਜੇਠ ਘੁਸੜੇ ਰਹਿੰਦੇ ਤੇ ਘਰ ਦੀ ਅਮਨ ਸ਼ਾਂਤੀ ਘੱਟ ਵੱਧ ਦੀ ਭੰਗ ਹੁੰਦੀ। ਵਿਆਹ ਕਿਸੇ ਨਸੀਬਾਂ ਵਾਲੇ ਦਾ ਹੁੰਦਾ। ਔਰਤ ਨੂੰ ਬਾਕੀ ਸਾਰੇ ਦਿਓਰਾਂ ਜੇਠਾਂ ਨੂੰ ਵਿੱਚੇ ਵਿੱਚ ਸਰਚਾ ਕੇ ਰੱਖਣਾ ਪੈਂਦਾ। ਸ਼ਾਇਦ ਇਹ ਕਹਾਵਤ ਇੱਥੋਂ ਹੀ ਉਪਜੀ ਹੋਵੇ, ਛੜੇ ਦੇ ਪੁੱਤ 18 ਬਾਪੂ ਕੋਈ ਨਾ ਕਹੇ। ਕਿੰਨੇ ਸਾਦੇ ਕਿੰਨੇ ਭੋਲੇ ਲੋਕ ਸਨ ਵਿਚਾਰੇ। ਇਹਨਾਂ ਮਾਜਰੇ ਪਿੰਡਾਂ ਵਿੱਚੋਂ ਇੱਕ ਪਿੰਡ ਮਲਕਪੁਰ ਸੀ, ਜੋ ਹੋਰ ਪਿੰਡਾਂ ਵਾਂਗ ਉਪਰੋਕਤ ਦਿੱਖ ਰੱਖਣ ਵਾਲਿਆਂ ਦੀ ਜੱਦ 'ਚ ਆਉਂਦਾ ਸੀ। ਕਰਤਾਰ ਸਿੰਘ ਥੋੜੀ ਭੌਂ ਦਾ ਮਾਲਕ ਸੀ। ਟੱਬਰ ਵੱਡਾ ਨਹੀਂ ਸੀ। ਘਰ ਨਸੀਬੋ ਤੇ 2 ਪੁੱਤਰ। ਜ਼ਮੀਨ ਦਾਣੇ ਦੇਣ ਵਾਲੀ ਸੀ ਤੇ ਪਰਿਵਾਰ ਮਿਹਨਤੀ। ਲੋੜਾਂ ਪੂਰੀਆਂ ਹੋ ਰਹੀਆਂ ਸਨ। ਬਹੁਤੇ ਤਾਂ ਲਾਲਚ ਨਹੀਂ ਸੀ। ਵੱਡਾ ਮੁੰਡਾ ਸਾਧੂ ਸਿੰਘ ਵਿਆਹ ਲਿਆ। ਸਾਧੂ ਦੀ ਪਤਨੀ ਸਤਨਾਮ ਕੌਰ ਭਲੀ ਜਨਾਨੀ ਸੀ, ਜਿਹਨੇ ਆਪਣੀ ਮਿੱਠਤ ਪਿਆਰ ਤੇ ਸਚਿਆਰੇ ਮਿਹਨਤੀ ਸੁਭਾਅ ਕਾਰਨ ਘਰ ਨੂੰ ਰੰਗ ਭਾਗ ਲਾ ਰੱਖੇ ਸੀ। ਪੇਕੇ ਘਰ ਤੋਂ 2 ਭੈਣਾਂ ਹੀ ਸਨ। ਛੋਟੀ ਪ੍ਰੀਤਮ ਕੌਰ ਆਪਣੇ ਮਾਂ-ਬਾਪ ਨਾਲ ਢੱਕੀ ਪਿੰਡ 'ਚ ਬਚਪਨ ਤੇ ਜਵਾਨੀ ਵਿੱਚ ਘਰਲਾ ਸਮਾਂ ਲੰਘਾ ਰਹੀ ਸੀ, ਰੱਜ ਕੇ ਸੁਨੱਖੀ ਗੋਰੀ ਚਿੱਟੀ। ਸਾਧੂ ਦਾ ਛੋਟਾ ਭਰਾ ਦਰਸ਼ੀ ਪ੍ਰੀਤੋ ਦਾ ਹਾਣੀ ਸੀ। ਸਾਧੂ ਸਿੰਘ ਦੇ ਵਿਆਹ ਵੇਲੇ ਦਾ ਸਰਵਾਲਾ ਪ੍ਰੀਤੋ ਉੱਪਰ ਪਹਿਲੀ ਝਲਕ ਤੋਂ ਮਰ ਮਿਟਿਆ। ਭਾਵੇਂ ਮਰ ਮਿਟਣ ਦੀ ਗੱਲ ਮੁੱਛ ਫੁੱਟ ਜਵਾਨੀ 'ਚ ਆ ਕੇ ਵੱਧ ਤਰਥੱਲੀ ਪਾਉਂਦੀ ਹੈ, ਫਿਰ ਵੀ ਆਪਸੀ ਕੁਦਰਤੀ ਖਿੱਚ ਦੀ ਧੂ ਤਾਂ ਕਾਲਜੇ 'ਚ ਪੈਂਦੀ ਹੈ। ਮਰਨ ਮਿਟਣ ਦਾ ਅਹਿਸਾਸ ਬੇਸ਼ੱਕ ਬਾਅਦ 'ਚ ਤੇਜ਼ੀ ਫੜਦਾ ਹੈ। ਉਂਝ ਦਰਸ਼ੀ ਵੀ ਕਿਹੜਾ ਘੱਟ ਸੀ। ਲੰਮ-ਸਲੰਮਾ ਗੋਲ ਮਟੋਲ ਚਿਹਰੇ ਵਾਲਾ ਚੰਗਾ ਫੱਬਦਾ ਸਜਦਾ ਮੁੰਡਾ ਪ੍ਰੀਤੋ ਨੂੰ ਵੀ ਚੰਗਾ ਲੱਗਿਆ। ਅੱਖਾਂ 'ਚ ਵਾਪਰੇ ਸੋਹਣੇ ਦਰਸ਼ਨ ਦਿਦਾਰੇ ਦੇ ਦ੍ਰਿਸ਼ ਨਾਬਾਲਗ ਦਿਲਾਂ ਅੰਦਰ ਤਸਵੀਰਾਂ ਬਣ ਕੇ ਉਕਰੇ ਗਏ। ਸਾਧੂ ਦੇ ਵਿਆਹ ਤੋਂ ਕੁਝ ਚਿਰ ਪਿੱਛੋਂ ਕਰਤਾਰ ਗੁਜ਼ਰ ਗਿਆ। ਨਸੀਬੋ ਕਰਤਾਰ ਦਾ
ਸਾਥ ਕਾਫੀ ਸਮੇਂ ਪਹਿਲਾਂ ਛੱਡ ਗਈ ਸੀ। ਮਾਂ-ਬਾਪ ਬਾਹਰੇ ਘਰ ਨੂੰ ਸਤਨਾਮ ਕੌਰ ਨੇ ਛਾਂ ਕੀਤੀ। ਜਿੱਥੇ ਰੱਜ ਕੇ ਆਪਣੇ ਸਾਧੂ ਦਾ ਸਾਥ ਦਿੱਤਾ, ਉੱਥੇ ਦਰਸ਼ਨ ਨੂੰ ਬੇਅੰਤ ਲਾਡ ਲਡਾ ਕੇ ਮਾਂ ਤੇ ਵੱਡੀ ਭਰਜਾਈ ਵਾਲਾ ਥਾਹ ਪਿਆਰ ਲੁਟਾਇਆ। ਪਿੰਡ ਵਿੱਚ ਤੇ ਸਾਧੂ ਸਿੰਘ ਦੇ ਦਿਲ 'ਚ ਸਤਨਾਮ ਕੌਰ ਨੇ ਸਤਵੰਤੀ ਇਸਤਰੀ ਹੋਣ ਦਾ ਪ੍ਰਭਾਵ ਬਣਾ ਲਿਆ। ਲੋਕ ਆਖਣ ਭਲੀ ਜਨਾਨੀ ਹੈ, ਪੇਕੇ ਘਰੋਂ ਸਿਆਣਪ ਤੇ ਮੂੰਹ ਪੱਲੇ ਬੰਨ ਕੇ ਲਿਆਈ ਹੈ, ਆਉਂਦੀ ਨੇ ਡਿਗੂ ਕਰਦਾ ਘਰ ਸਾਂਭ ਲਿਆ। ਦਰਸ਼ਨ ਨੇ ਮਦਰਸੇ 'ਚ 2-3 ਸਾਲ ਮਸਾਂ ਲਾਏ ਹੋਣਗੇ। ਮਾਂ ਮਰੀ ਮਗਰੋਂ ਪੜ੍ਹਨੋਂ ਹਟ ਕੇ ਡੰਗਰਾਂ ਦੇ ਪਾਲੀ ਦਾ ਕੰਮ ਸਾਂਭ ਲਿਆ। ਮੱਝਾਂ ਗਊਆਂ ਮਗਰ ਡੰਡਾ ਚੁੱਕ ਕੇ ਖੇਤ ਬੰਨਿਆਂ ਦੀ ਹਿਬੜ ਕੱਛਦਾ ਫਿਰਦਾ। ਹੁਣ ਸਾਧੂ ਲਈ ਆਪਣੀ ਦਰਸ਼ੀ ਵੱਡਾ ਸਹਾਰਾ ਬਣ ਚੁੱਕਾ ਸੀ, ਪਰ ਨਿਆਣਾ ਸਮਝ ਕੇ ਖੇਤੀ ਦੇ ਕੰਮ 'ਚ ਨਾ ਲਾਉਂਦਾ। ਅਖੇ ਖੇਤੀ ਦਾ ਕੰਮ ਵੱਡਾ ਘੋਲ ਹੁੰਦਾ ਹੈ, ਵੱਡੇ ਹੋਣ ਤੇ ਆਪੇ ਲੱਗ ਜੂ। ਪਾਲੀ ਦਾ ਕੰਮ ਫੇਰ ਵੀ ਰਾਲਾ ਹੁੰਦਾ, ਨਾਲੇ ਤੋਰਾ ਫੇਰਾ ਕਰਕੇ ਹੱਡ ਪੈਰ ਹੋਰ ਮੋਕਲੇ ਹੋਣਗੇ, ਮੁੰਡੇ ਨੂੰ ਖੁਰਾਕ ਲੱਗਣ ਲੱਗ ਜੂ। ਸਤਨਾਮੀ ਦੇ ਲਾਡ ਦੀ ਤਾਂ ਕੋਈ ਹੱਦ ਨਹੀਂ ਸੀ। ਘਿਓ ਦੁਧਾਮ ਸੀ, ਖੋਆ ਪੰਜੀਰੀ ਮੁੱਕਣ ਨਾ ਦਿੰਦੀ। ਦੋਵਾਂ ਭਰਾਵਾਂ ਨੂੰ ਖਵਾਈ ਜਾਂਦੇ। ਸਾਧੂ ਭਾਵੇਂ ਕੱਪੜਾ ਲੀੜਾ ਪਹਿਨਣ 'ਚ ਲਾਪਰਵਾਹੀ ਵਰਤ ਜਾਂਦਾ, ਪਰ ਦਰਸ਼ੀ ਲਈ ਨਿੱਤ ਨਵਾਂ ਕੁੜਤਾ ਚਾਦਰਾ ਬਣਾਈ ਰੱਖਦੀ। ਆਖਦੀ, ਮੇਰੇ ਮਗਰ ਕਿਹੜਾ ਲੰਮਚੜਾ ਹੈ, ਇਹੋ ਮੇਰਾ ਪੁੱਤ ਹੈ, ਇਹੋ ਮੇਰਾ ਲਾਡਲਾ ਦਿਓਰ। ਇਸੇ ਪਿੱਛੇ ਉਹਦੇ ਹੁਣ ਤੱਕ ਆਪਣੇ ਢਿੱਡੋਂ ਨਾ ਫੁੱਟਣ ਦੀ ਨਾਕਾਮੀ ਵੀ ਕੰਮ ਕਰਦੀ ਲੱਗਦੀ। ਉਹਨੂੰ ਛੇਤੀ ਪਾਲ ਪੋਸ ਕੇ ਗੱਭਰੂ ਜਵਾਨ ਬਣਾਉਣ ਪਿੱਛੇ ਇੱਕ ਹੋਰ ਲਾਲਚ ਵੀ ਕੰਮ ਕਰ ਰਿਹਾ ਸੀ, ਜਿਸ ਲਈ ਉਹਨੇ ਸਾਧੂ ਸਿੰਘ ਤੋਂ ਪੇਸ਼ਗੀ ਪ੍ਰਵਾਨਗੀ ਲੈ ਰੱਖੀ ਸੀ। ਉਹਦੀ ਇੱਛਾ ਸੀ ਕਿ ਦਰਸ਼ੀ ਨੂੰ ਪ੍ਰੀਤੋ ਨਾਲ ਨੱਥ ਕੇ ਪੁੰਨ ਖੱਟਾਂ, ਮਾਂ ਤੇ ਬਾਪੂ ਨੂੰ ਸੌਖਿਆਂ ਕਰਾਂ। ਦਰਸ਼ੀ ਚਾਹੇ ਮਲਕਪੁਰ ਰਹੇ, ਚਾਹੇ ਢੱਕੀ ਪਿੰਡ, ਸਾਧੂ ਦੀਆਂ ਨਜ਼ਰਾਂ 'ਚ ਵਿਚਾਰ ਚੰਗਾ ਸੀ। ਇਸੇ ਲਾਲਚ ਵਸ ਤੇ ਦਿਓਰ ਨੂੰ ਆਪਣੇ ਬਰਾਬਰ ਦਾ ਬਣਾਉਣ ਖਾਤਰ ਉਹਨੇ ਆਨੇ ਬਹਾਨੇ ਢੱਕੀ ਪਿੰਡ ਭੇਜ ਦੇਣਾ। ਕਦੇ ਆਹ ਕਰ, ਕਦੇ ਉਹ ਕਰ ਲੈ। ਦਰਸ਼ੀ ਵੀ ਪੈਰ ਜੁੱਤੀ ਨਾ ਪਾਉਂਦਾ, ਆਪਣਾ ਟੁੱਟਿਆ ਜਿਹਾ ਸਾਈਕਲ ਲੈ ਕੇ ਦੌੜ ਲਗਾ ਲੈਂਦਾ। ਕਈ ਵਾਰ ਤਾਂ ਪੈਦਲ ਹੀ ਦੁਪਹਿਰ ਤੋਂ ਪਹਿਲਾਂ ਪਹੁੰਚ ਜਾਂਦਾ। ਇਸ ਮਾਮਲੇ 'ਚ ਪ੍ਰੀਤਮ ਦੇ ਮਾਂ-ਬਾਪ ਦੀ ਸਤਨਾਮੀ ਨਾਲ ਇੱਕੋ ਗੱਲਬਾਤ ਸੀ, ਪਰ ਉਹ ਨਿਆਣਿਆਂ ਨੂੰ ਇਕੱਲਾ ਛੱਡਣ ਦੀ ਗਲਤੀ ਨਾ ਕਰਦੇ। ਨਾ ਜਾਣੀਏ ਮਛੋਰ ਮੱਤ ਹੈ, ਕੀ ਗਲਤੀ ਕਰ ਬੈਠਣ। ਦਰਸ਼ੀ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ, ਉਹਦੇ ਗੱਲ ਸਮਝ ਪੈਣ ਲੱਗ ਪਈ। ਦੋਹਾਂ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਬਰਾਬਰ ਵੱਡਾ ਹੋ ਰਿਹਾ ਸੀ। ਪ੍ਰੀਤੋ ਆਪਣੀ ਪ੍ਰੀਤ ਦਾ ਪ੍ਰਗਟਾਵਾ ਆਪਣੇ ਝੁਕੇ ਨੇਤਰਾਂ ਤੇ ਚਿੱਟੇ ਦੰਦਾਂ ਦੀ ਮੁਸਕਰਾਹਟ ਨਾਲ ਬਾਖੂਬੀ ਕਰਦੀ। ਦਰਸ਼ਨ ਦੇ ਆਉਣ ਤੇ ਦਿਲ ਧੱਕ-ਧੱਕ ਕਰਦਾ, ਗੱਲਾਂ ਲਾਲ ਸੂਈਆਂ ਹੋ ਜਾਂਦੀਆਂ, ਮਦਹੋਸ਼ੀ ਘੇਰ ਲੈਂਦੀ, ਪਰ ਮਜਾਲ ਹੈ ਇਸ ਪਰੇਸ਼ਾਨੀ ਦੀ ਝਲਕ ਹੋਰ ਕਿਸੇ ਨੂੰ ਪੈਣ ਦਿੰਦੀ। ਦਰਸ਼ਨ ਕਈ ਵਾਰ ਆਪਣੀ ਭਰਜਾਈ ਅੱਗੇ ਮਨਚਲਾ ਦਿਓਰ ਬਣ ਕੇ ਜ਼ਰੂਰ ਖੜਨ ਲੱਗ ਪਿਆ। ਭਾਬੀ, ਇਹ ਪ੍ਰੀਤੋ ਆਪਾਂ ਇਹਦਾ ਵਿਆਹ ਨਾ ਕਰ ਦਈਏ ਹੁਣ? ਤੈਨੂੰ ਕੋਈ ਫਿਕਰ ਨਹੀਂ ਇਸ ਕੰਮ ਦੀ? ਆਹੋ ਕਰ ਦਿਆਂਗੇ, ਸਾਨੂੰ ਆਪ ਫਿਕਰ ਹੈ, ਪਰ ਤੂੰ ਕਾਹਲਾ ਕਿਉਂ ਹੋਇਆ? ਜਦ ਕੋਈ ਚੰਗਾ ਘਰ ਸਾਂਭਣ ਵਾਲਾ ਮੁੰਡਾ ਮਿਲੂ ਉਦੋਂ ਦੇਖਾਂਗੇ। ਸਤਨਾਮੀ ਗੱਲ ਨੂੰ ਤਿਲਕਾ ਕੇ ਦਰਸ਼ਨ ਦਾ ਤਮਾਸ਼ਾ ਵੇਖਣਾ ਚਾਹੁੰਦੀ। ਦਰਸ਼ਨ ਆਪਣਾ ਫਾਇਰ ਮਿਸ ਹੋ ਜਾਣ ਤੇ ਮਨ ਮਹਿਸੂਸ ਕੇ ਰਹਿ ਜਾਂਦਾ। ਸਾਧੂ ਆਖਦਾ, ਬੜਾ ਕਸੂਤਾ ਫਸਾਇਆ ਵਿਚਾਰਾ। ਸੱਤੀ ਕਿਉਂ ਤਰਸਾਉਂਦੀ ਐ? ਉਧਰੋਂ ਪ੍ਰੀਤੋ ਅੱਡ ਤਰਸਦੀ ਹੋ, ਕੰਮ ਨਿਬੇੜ ਕੇ ਪਰਾਂ ਕਰੀਏ। ਐਵੇਂ ਔਖੇ ਤਾਂ ਨਾ ਹੋਣ ਵਿਚਾਰੇ, ਨਾਲੇ ਆਪਾਂ ਸੌਖੇ। ਕੋਈ ਨਹੀਂ, ਹੋ ਲੈਣ ਦੇ ਹਜੇ ਹੋਰ ਔਖੇ। ਕੁੜੀ ਨੂੰ 17ਵਾਂ ਲੱਗਿਆ, ਸਾਲ 6 ਮਹੀਨੇ ਹੋਰ ਲੰਘ ਲੈਣ। ਗੱਲ ਤਾਂ ਆਪਣੇ ਹੱਥ 'ਚ ਹੀ ਹੈ, ਜਦੋਂ ਮਰਜ਼ੀ ਨਿਬੇੜ ਲਵਾਂਗੇ। ਗੱਲ ਤਾਂ ਠੀਕ ਸੀ, ਪਰ ਆਦਮੀ ਦੇ ਆਪਣੇ ਹੱਥ ਵੱਸ ਦੇ ਕੰਮ ਕਈ ਵਾਰ ਹੱਥੋਂ ਨਿਕਲ ਜਾਂਦੇ ਹਨ। ਕੰਮ ਕੁਚਾਲਾ ਹੋ ਜਾਂਦਾ ਤੇ ਸਿਵਾ ਪਛਤਾਵੇ ਤੋਂ ਪੱਲੇ ਹੋਰ ਕੁਝ ਨਹੀਂ ਬਚਦਾ। ਇਹ ਕੁਚਾਲੇ ਉਮਰਾਂ ਦੇ ਰੋਣੇ ਬਣ ਜਾਂਦੇ ਹਨ, ਘਰਾਂ ਦੀ ਸਾਹ ਸੱਤਿਆ ਸੂਤ ਕੇ ਲੈ ਜਾਂਦੇ ਹਨ। ਇਹੋ ਕੁਝ ਢੱਕੀ ਪਿੰਡ ਵੀ ਵਾਪਰਿਆ। ਕੁੜੀਆਂ ਨਾਲ ਪਾਣੀ ਭਰਨ ਗਈ ਪ੍ਰੀਤੋ ਦੇ ਹੱਥੋਂ ਲੱਜ ਛੁੱਟ ਗਈ। ਛਾਤੀ ਖੂਹ ਦੀ ਮੌਣ ਦੀ 80 ਤੇ ਵੱਜੀ, ਪਸਲੀਆਂ ਟੁੱਟ ਕੇ ਦਿਲ 'ਚ ਖੁੱਭ ਗਈਆਂ। ਘਰੇ ਲਿਆਉਣ ਤੋਂ ਪਹਿਲਾਂ ਮਰ ਮੁੱਕ ਗਈ। ਹਾਹਾਕਾਰ ਮਚ ਗਿਆ, ਘਰ 'ਚ ਹਨੇਰਾ ਛਾ ਗਿਆ। ਮਨ ਵਿਚਲੀਆਂ ਸਭ ਧਰੀਆਂ ਧਰਾਈਆਂ ਰਹਿ ਗਈਆਂ। ਚੰਗਾ ਭਲਾ ਤਰਦਾ ਜਾਂਦਾ ਬੇੜਾ ਡੁੱਬ ਗਿਆ। ਪ੍ਰੀਤੋ ਤਾਂ ਤੁਰ ਗਈ, ਦਰਸ਼ਨ ਹੁਣ ਕੀ ਕਰੇ, ਕਿੱਧਰ ਨੂੰ ਜਾਵੇ? ਜਵਾਨ ਹੋ ਰਹੀ ਮੁਹੱਬਤ ਦੇ ਇਉਂ ਗੁਆਚਣ ਦੀ ਕਰਾਰੀ ਸੱਟ ਦੀ ਪੀੜ ਝੱਲਣ ਜੋਗਾ ਮਨ ਤੇ ਸਰੀਰ ਕੋਲ ਨਹੀਂ ਸੀ। ਨਿਆਣਿਆਂ ਵਾਂਗ ਰੋਂਦਾ, ਖਾਣ ਪੀਣ ਵਿਸਰ ਗਿਆ, ਪਾਗਲਾਂ ਵਰਗਾ ਹਾਲ ਹੋ ਗਿਆ। ਸਤਨਾਮ ਹੋਰੀ ਆਪਣਾ ਦੁੱਖ ਪਰੇ ਧਰ ਕੇ ਦਰਸ਼ੀ ਨੂੰ ਵਰਾਉਣ ਦੀ ਕੋਸ਼ਿਸ਼ ਕਰਦੇ, ਪਰਚਾਉਣ ਦੀ ਗੱਲ ਕਰਦੇ। ਦਰਸ਼ਨ ਧਾ ਕਿਵੇਂ ਧਰਦਾ, ਸਾਰੇ ਸੁਪਨੇ ਬਿਖਰ ਗਏ, ਸਭ ਕੁਝ ਉੱਜੜ ਪੁੱਜੜ ਗਿਆ ਸੀ। ਮਾਰ ਕਿਵੇਂ ਵੀ ਛੋਟੀ ਨਹੀਂ ਸੀ। ਵੱਡੀ ਸਿਆਣੀ ਉਮਰ ਦਾ ਆਦਮੀ ਆਪ ਦਲੀਲਾਂ ਬਹਾਨਿਆਂ ਨਾਲ ਸੋਚਦਾ, ਦੁੱਖ ਨੂੰ ਆਪਣੇ ਮਨ ਦਾ ਦਾਰੂ ਬਣਾ ਲੈਂਦਾ।
ਨੀਮ ਜਵਾਨੀ ਦੀ ਅਲੜ ਉਮਰ ਅੱਗੇ ਦਲੀਲਾਂ ਵਕੀਲਾਂ ਕੋਈ ਕੰਮ ਨਹੀਂ ਕਰਦੀਆਂ। ਸ਼ਾਨਾ ਮੱਤੇ ਪਿਆਰ ਦੇ ਮਰ ਜਾਣ ਦੀ ਟੀਸ ਸਦੀਵੀ ਰਿਸ਼ਤਾ ਨਾਸੂਰ ਬਣ ਕੇ ਰਹਿ ਜਾਂਦੀ ਹੈ। ਦਰਸ਼ਨ ਇਹ ਨਾਸੂਰ ਲੈ ਕੇ ਪਿਆਰੇ ਦੀ ਯਾਦ 'ਚ ਭਟਕਣ ਲੱਗਾ। ਬੇਸ਼ੱਕ ਮਾਯੂਸੀ ਦਾ ਇਹ ਆਲਮ ਬਹੁਤਾ ਚਿਰ ਨਹੀਂ ਰਹਿੰਦਾ। ਸਮਾਂ ਦੁੱਖ 'ਚੋਂ ਨਿਕਲਣ ਲਈ ਚੰਗਾ ਵਾਤਾਵਰਨ ਸਿਰਜਦਾ ਹੈ। ਸਤਨਾਮੀ ਦੀ ਜੀ ਤੋੜਵੀਂ ਮਿਹਨਤ ਤੇ ਪਿਆਰ ਦੁਲਾਰ ਸਦਕਾ ਦੁੱਖ ਹਲਕਾ ਹੁੰਦਾ ਰਿਹਾ। ਸਾਧੂ ਦੀਆਂ ਦਿਲਬਰੀਆਂ ਨੇ ਅਸਰ ਕੀਤਾ। ਜਿਉਣ ਦੀ ਇੱਛਾ ਨੇ ਆਪਣਾ ਕੰਮ ਕੀਤਾ। ਕੁੱਲ ਮਿਲਾ ਕੇ ਜੀਵਨ ਕੁਝ ਰਵਾਂ ਹੋ ਚੱਲਿਆ, ਪਰ ਰੱਬ ਤੋਂ ਤੇ ਗੁੱਸਾ ਨਾ ਗਿਆ। ਆਪਣੇ ਨਾਲ ਵਾਪਰੀ ਨਾ ਇਨਸਾਫੀ ਦੀ ਗੱਠ ਉਹਦੇ ਦਿਲ ਅੰਦਰ ਪੱਕੀ ਵੱਜ ਗਈ। ਪਿਆਰ ਤੋਂ ਤੌਬਾ ਕਰ ਲਈ, ਬਸ ਹੁਣ ਹੋਰ ਨਹੀਂ। ਜੇ ਪ੍ਰੀਤੋ ਨਹੀਂ ਤਾਂ ਹੋਰ ਕੋਈ ਵੀ ਨਹੀਂ। ਨਿੱਕਾ ਮਨ, ਏਡਾ ਵੱਡਾ ਨਿਰਣਾ ਦਰਸ਼ੀ ਲਈ ਜੀਵਨ ਸਹਾਰਾ ਬਣ ਗਿਆ। ਹੋਰ ਕੀ ਕਰਦਾ? ਰੱਬ ਦੀ ਇਸ ਨਜਾਇਜ਼ ਸਜ਼ਾ ਦਾ ਉਹ ਕਿਵੇਂ ਵੀ ਹੱਕਦਾਰ ਨਹੀਂ ਸੀ। ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜਿਹਾ। ਧੰਨਵਾਦ। ਪਾਠ ਦੂਸਰਾ। ਮਲਕਪੁਰੇ ਤੋਂ 4 ਕੋਹ ਦੀ ਦੂਰੀ ਤੇ ਸਾਧੂ ਸਿੰਘ ਦੀ ਭੂਆ ਵਿਆਹੀ ਸੀ, ਕਰਤਾਰ ਸਿੰਘ ਦੀ ਵੱਡੀ ਭੈਣ। ਸਾਧੂ ਹੋਰਾਂ ਦਾ ਫੁੱਫੜ ਚੱਲਦਾ ਆਦਮੀ ਸੀ। ਜ਼ਮੀਨ ਤਾਂ ਸਾਰੀ 8-10 ਕੁਮਾਂ ਸੀ, ਪਰ ਉਤਲੀ ਕਮਾਈ ਵਾਹਵਾ ਕਰ ਲੈਂਦਾ। ਘਰ 'ਚ ਕੱਪੜੇ ਲੀੜੇ ਪੈਸੇ ਟਕੇ ਦੀ ਥੁੜ ਨਾ ਰਹਿੰਦੀ। ਜਲ ਕੌਰ ਜਿੰਨੀ ਸ਼ਰੀਫ, ਫੁੱਫੜ ਉਹਨਾਂ ਕਬੈੜਾ ਤੇ ਬਦਮਗਜ਼। ਇਲਾਕੇ ਦਾ ਮੰਨਿਆ ਪਰਮੰਨਿਆ ਕਵੀਸ਼ਰ, ਉਤੋਂ ਅੰਗਰੇਜ਼ਾਂ ਵਰਗਾ ਗੋਰਾ ਚਿੱਟਾ ਰੰਗ ਰੂਪ। ਬੁੱਧੀ ਤੇ ਜੀਭ ਉੱਪਰ ਸੁਰਸਤੀ ਬੈਠੀ ਸੀ। ਚੰਗੀ ਕਵਿਤਾ ਜੋੜ ਲੈਂਦਾ, ਚੰਗੀ ਆਵਾਜ਼ 'ਚ ਗਾ ਵੀ ਲੈਂਦਾ। ਚਿੱਟਾ ਕੁੜਤਾ ਚਾਦਰਾ ਪਾ ਕੇ, ਸ਼ਮਲੇ ਵਾਲੀ ਦੁੱਧਾ ਕਾਸ਼ਨੀ ਪੱਗ ਬੰਨ ਕੇ, ਕੰਨ ਤੇ ਖੱਬਾ ਹੱਥ ਰੱਖ ਕੇ ਉੱਚੀ ਹੇਕ ਲਾਉਂਦਾ ਤਾਂ ਪਿੜ 'ਚ ਜੁੜੇ ਸਰੋਤਿਆਂ ਨੂੰ ਝੂਮਣ ਲਾ ਦਿੰਦਾ। ਕਾਲੀ ਵਾਸਕਟ ਤੇ ਕਸੂਰੀ ਜੁੱਤੀ ਘਰਾਂ ਦੇ ਕੋਠਿਆਂ ਉੱਪਰ ਬੈਠੀਆਂ ਤੀਵੀਆਂ ਨੂੰ ਹਾਏ ਹਾਏ ਕਰਨ ਲਾ ਦਿੰਦੀ। ਗਾਉਣ ਤੋਂ ਖੁਸ਼ ਹੋਏ ਲੋਕ ਰੁਪਈਆ ਪੈਸਿਆਂ ਨਾਲ ਬੁੱਕ ਭਰ ਦਿੰਦੇ, ਜਿਨ੍ਹਾਂ ਨੂੰ ਉਹ ਬਾਰ-ਬਾਰ ਆਪਣੇ ਕੁੜਤੇ ਦੇ ਥੈਲੀ ਵਰਗੀ ਗੀਜੇ 'ਚ ਤੁੰਨੀ ਜਾਂਦਾ। ਗਾਉਣ ਤੋਂ ਬਾਅਦ ਤੇ ਘਰੇ ਆ ਕੇ ਦਾਰੂ ਦਾ ਖਾੜਾ ਲੱਗਦਾ, ਜਿਹਨੂੰ ਉਹਨੇ ਕਦੇ ਖੁੰਝਣ ਨਹੀਂ ਸੀ ਦਿੱਤਾ। ਸਗੋਂ ਵੈਲ ਵੱਧਦਾ ਗਿਆ ਤੇ ਘਰ ਅੰਦਰ ਰੋਜ਼-ਰੋਜ਼ ਦੇ ਕੰਜਰਖਾਨੇ ਤੋਂ ਉਪਜਿਆ ਕਲੇਸ਼ ਵੀ ਭਿਆਨਕ ਰੂਪ ਧਾਰ ਲੈਂਦਾ। ਜਲ ਕੌਰ ਟੋਕਾ ਟਾਕੀ ਕਰਦੀ ਰੁੱਸ ਵੀ ਜਾਂਦੀ। ਫਲਸਰੂਪ ਗੰਦੀਆਂ ਗਾਲਾਂ ਦੇ ਨਾਲ-ਨਾਲ ਲੱਤ ਮੁੱਕੀ ਵੀ ਵਰਤੋਂ ਆਪ ਵਰਤਾਰਾ ਬਣ ਗਿਆ। ਨਸ਼ਾ ਉਤਰੇ ਤੋਂ ਸ਼ਰੀਫ ਜ਼ਿਆਦਾ ਬਣ ਕੇ ਜੱਲੋ ਨੂੰ ਵਡਿਆ ਲੈਂਦਾ। ਚੰਗਾ ਪੱਕਾ ਮਕਾਨ ਬਣਾਤਾ, ਖੁੱਲੀ ਚਾਰਦੀਵਾਰੀ ਉਸਾਰ ਲਈ, ਲੱਗਦੇ ਹੱਥ ਨਿੱਕੀ ਜੀ ਖੂਹੀ ਵੀ ਘਰ 'ਚ ਲਗਾ ਲਈ। ਨਸ਼ਈ ਆਦਮੀ ਲਈ ਖੁੱਲ੍ਹ ਕੇ ਨਹਾਉਣ ਤੇ ਦਰਖਤਾਂ ਦੀ ਸੰਘਣੀ ਛਾਂ ਹੇਠ ਸੌਣ ਦਾ ਸਵਾਦ ਵੱਖਰਾ ਹੀ ਹੁੰਦਾ। ਸਭ ਤੋਂ ਮਾੜੀ ਗੱਲ ਜਿਹੜੀ ਉਹ ਕਰਦਾ ਸੀ, 4-5 ਸਾਲ ਦੇ ਪੁੱਤਰ ਸਾਬੀ ਨਾਲ ਕਰਦਾ। ਟੁੰਨ ਹੋਇਆ ਸਾਬੀ ਨੂੰ ਕੌਲੀ 'ਚੋਂ ਦਾਰੂ ਦੀ ਘੁੱਟ ਲਵਾ ਦਿੰਦਾ। ਬੱਚਾ ਬਥੇਰਾ ਇੱਧਰ ਉੱਧਰ ਭੱਜਦਾ, ਪਰ ਧੱਕੇ ਨਾਲ ਮੂੰਹ ਅੱਡ ਕੇ ਦਾਰੂ ਸੰਘ 'ਚ ਸੁੱਟ ਦਿੰਦਾ। ਕਮਲਾ ਜਿਹਾ ਹੋਇਆ ਬੱਚਾ ਲੜਖੜਾਉਣ ਲੱਗ ਜਾਂਦਾ, ਜਿਸ ਤੇ ਕਪੂਰ ਸਿੰਘ ਬੜਾ ਖੁਸ਼ ਹੁੰਦਾ। ਜਲ ਕੌਰ ਨੂੰ ਹਾਕ ਮਾਰ ਕੇ ਆਖਦਾ, ਦੇਖ ਮੇਰਾ ਸ਼ੇਰ ਪੁੱਤ ਕਿਵੇਂ ਲੋਰ 'ਚ ਆਇਆ ਫਿਰਦਾ। ਕਿਉਂ? ਦੇਖਿਆ ਕਿਵੇਂ ਨੱਚਦਾ। ਜੱਲੋ ਨੂੰ ਸੱਤੀ ਕੱਪੜੀਆਂ ਅੱਗ ਲੱਗ ਜਾਂਦੀ। ਕਿਉਂ ਭੋਰਾ ਭਰ ਜਵਾਕ ਦਾ ਕਾਲਜਾ ਫੂਕਦਾ ਹੈ? ਕੁਛ ਸ਼ਰਮ ਕਰ। ਤੈਂ ਆਪ ਤਾਂ ਮਰਨਾ, ਨਾਲ ਇਹਨੂੰ ਵੀ ਮਾਰੇਗਾ। ਭਲਾ ਇਹ ਕਾਹਦਾ ਲਾਡ ਹੋਇਆ? ਜੱਲੋ ਕਈ ਦਿਨ ਰੋਂਦੀ ਰਹਿੰਦੀ, ਕਲਾਮ ਨਾ ਕਰਦੀ। ਸਾਬੀ ਕਰਕੇ ਰੋਟੀ ਉਕਦਾ ਆਰ ਕਰਨਾ ਪੈਂਦਾ, ਨਹੀਂ ਤਾਂ ਭੁੱਖੀ ਧਿਆਈ ਨੂੰ ਕਿਹੜਾ ਮੌਤ ਆਉਣ ਲੱਗੀ ਸੀ। ਮੁੰਡਾ ਨਿੱਕਾ ਵੀ ਸੀ ਤੇ ਨਾ ਸਮਝ ਵੀ। ਪਹਿਲ ਤਾਂ ਦਾਰੂ ਕੌੜੀ ਲੱਗਦੀ, ਹੌਲੀ-ਹੌਲੀ ਭੁੱਸ ਪੈ ਗਿਆ ਤੇ ਘੁੱਟ ਅੰਦਰ ਲੰਘਾ ਲੈਣ ਨਾਲ ਸਵਾਦ ਆਉਣ ਲੱਗਾ। ਵੱਡਾ ਹੋਈ ਗਿਆ, ਨਸ਼ੇ ਦੀ ਲਾਲਸਾ ਵੱਧਦੀ ਗਈ। ਹੁਣ ਜੇ ਬਾਪ ਘਰੇ ਨਾ ਹੁੰਦਾ ਤਾਂ ਚੋਰੀਓਂ ਬੋਤਲ 'ਚੋਂ 2-4 ਡਾਟੇ ਹਲਕ ਅੰਦਰ ਸੁੱਟ ਕੇ ਮੋਰ ਵਾਂਗੂ ਪੈਲਾਂ ਪਾਉਂਦਾ। ਜਲ ਕੌਰ ਨੂੰ ਟਿੱਚ ਜਾਣਨ ਲੱਗਾ, ਜੇ ਵਰਜਦੀ ਤਾਂ ਪਿਓ ਵਾਂਗ ਉਲਟਾ ਗਲ ਪੈ ਜਾਂਦਾ। ਜੱਲੋ ਵਿਚਾਰੀ ਬਣ ਕੇ ਟਿਕ ਜਾਂਦੀ ਜਾਂ ਆਪਣੇ ਮਾੜੇ ਕਰਮਾਂ ਨੂੰ ਰੋਂਦੀ। ਮੈਨੂੰ ਇਹ ਘਰ ਵਸਦਾ ਨਹੀਂ ਦਿੰਦਾ, ਮੈਂ ਤਾਂ ਕੱਲ ਨਪੁੱਤੀ ਅੱਜ ਨਪੁੱਤੀ ਸਮਝੋ। ਸੋਚ ਕੇ ਹੌਲ ਪੈ ਜਾਂਦੇ। ਨਾ ਮਰੀ ਨਾ ਜਿਉਂਦਿਆਂ 'ਚ। ਸੋਚ ਵਿੱਚ ਸੁੱਕ ਕੇ ਤਾਂਬੜ ਹੋ ਗਈ। ਇੰਨੀ ਸੋਹਣੀ ਸੁਨੱਖੀ ਬਲਵਾਨ ਇਸਤਰੀ ਦੇ ਮੂੰਹ ਤੇ ਮੱਖੀਆਂ ਭਿਣਕਣ ਲੱਗੀਆਂ। ਕਪੂਰ ਸਿੰਘ ਨੇ ਨਾ ਸੁਧਰਨਾ ਸੀ ਨਾ ਸੁਧਰਿਆ, ਸਗੋਂ ਆਪਣੇ ਪੁੱਤਰ ਨੂੰ ਵੀ ਨਸ਼ੇ ਦੇ ਨਰਕ 'ਚ ਧੱਕ ਦਿੱਤਾ। ਸਮਾਂ ਪਾ ਕੇ ਨਸ਼ੇ ਨੇ ਸਰੀਰ ਖੋਖਲਾ ਕਰ ਛੱਡਿਆ। ਮੂੰਹ ਸਿਰ ਹੱਥ ਪੈਰ ਸੁੱਜ ਗਏ। ਅੱਖਾਂ ਤੇ ਪਿੰਡਾ ਪੀਲਾ ਭੂਕ ਹੋ ਚੱਲਿਆ। ਬਾਹਰ ਅੰਦਰ ਖਾੜੇ ਲਾਉਣ ਤੋਂ ਗਿਆ, ਅੰਦਰ ਪੌਂ ਖਾਦੇ ਕੁੱਤੇ ਵਾਂਗ ਪਿਆ ਰਿਹਾ ਕਰੇ। ਕਮਾਈ ਧਮਾਈ ਦਾ ਪੈਸਾ ਇਲਾਜ ਤੇ ਲੱਗ ਗਿਆ। ਅਖੀਰ ਲੱਤਾਂ ਘੜੀਸਦਾ ਰੱਬ ਨੂੰ ਪਿਆਰਾ ਹੋ ਗਿਆ।
ਜਲ ਕੌਰ ਨੇ ਥੋੜਾ ਚਿਰ ਦੁੱਖ ਮਨਾਇਆ। ਮੂਹਰੇ ਹੋਰ ਵੱਡਾ ਡਰ ਖਲੋਤਾ ਸੀ, ਪੁੱਤ ਨੂੰ ਇਸ ਰਾਹ ਤੋਂ ਬਚਾਉਣ ਦਾ। ਇੱਥੇ ਵੀ ਕੋਈ ਵਾਹ ਨਾ ਚੱਲੀ। ਮੁੰਡਾ ਹੱਥੋਂ ਨਿਕਲਣਾ ਸੀ, ਸੋ ਨਿਕਲ ਗਿਆ। ਦਿਨ ਪਰ ਦਿਨ ਮਾੜੀ ਸੋਬਤ ਮਾੜੀਆਂ ਆਦਤਾਂ 'ਚ ਫਸਦਾ ਗਿਆ। 40-45 ਸਾਲ ਦੀ ਜਲਕੌਰ 80-90 ਦੀਆਂ ਬੁੜੀਆਂ ਵਰਗੀ ਹੋ ਗਈ। ਇੰਨਾ ਚੰਗਾ ਕਿ ਜੀਵਨ ਡੋਰ ਹੱਥੋਂ ਨਹੀਂ ਛੱਡੀ। ਚੰਗੇ ਦਿਨ ਮੁੜਨ ਦੀ ਆਸ ਨੂੰ ਵੀ ਜਿਉਂਦਾ ਰੱਖਿਆ ਹੋਇਆ ਸੀ। ਪੇਕਿਆਂ ਦਾ ਸਹਾਰਾ ਬਹੁਤ ਸੀ। ਸਤਨਾਮੀ, ਸਾਧੂ ਤੇ ਦਰਸ਼ੀ ਭੂਆ ਨੂੰ ਹੱਲਾਸ਼ੇਰੀ ਵੀ ਦਿੰਦੇ ਤੇ ਮਾਣ ਆਦਰ ਵੀ ਬਥੇਰਾ ਰੱਖਦੇ, ਪਰ ਸਭ ਹੀ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦਾ। ਸਮਝਾਉਣ ਵਾਲੀਆਂ ਗੱਲਾਂ ਤੋਂ ਚਿੜ ਜਾਂਦਾ। ਜਲਕੌਰ ਦੇ ਪੇਕੇ ਵੀ ਇੱਥੇ ਆ ਕੇ ਹਾਰ ਮੰਨ ਗਏ। ਫੁੱਫੜ ਵਾਂਗ ਇਹਨੇ ਵੀ ਇਸੇ ਰਾਹ ਜਾਣਾ, ਐਵੇਂ ਰੋਜ਼-ਰੋਜ਼ ਦੀ ਬੇਇੱਜ਼ਤੀ ਕਰਾਉਣ ਦਾ ਕੋਈ ਲਾਭ ਨਹੀਂ, ਦਰਸ਼ਨ ਹਰਕ ਕੇ ਆਖਦਾ। ਤੇ ਜਦੋਂ ਗਿੱਦੜ ਦੀ ਮੌਤ ਆਈ ਹੁੰਦੀ, ਉਹ ਪਿੰਡ ਵਿੱਚ ਕਮੀਆਂ ਦੀਆਂ ਮੁੰਨੀਆਂ ਖਹਿੰਦਾ ਹੁੰਦਾ। ਅੱਕੀ ਹੋਈ ਜਲਕੌਰ ਵੀ ਆਖ ਦਿੰਦੀ, ਸਮੱਸਿਆ ਦਾ ਹੱਲ ਹਰ ਹੀਲਿਓਂ ਬਾਹਰ ਸੀ। ਮੁੰਡਾ ਜੰਮਿਆ ਜਗਾਇਆ ਦੀਵਾ, ਕੁੜੀ ਵਾਰੀ ਤੇਲ ਮੁੱਕਿਆ। ਪਾਠ ਤੀਸਰਾ। ਦੇਸ਼ ਦੀ ਵੰਡ ਫਿਰਕੂ ਆਧਾਰ ਉੱਤੇ ਹੋਈ। ਮਜ਼ਹਬੀ ਜਨੂਨੀਆਂ ਨੇ ਥਾਂ ਪੁਰ ਥਾਂ ਭਾਂਬੜ ਬਾਲ ਦਿੱਤੇ। ਭਾਰਤ ਤੇ ਪਾਕਿਸਤਾਨ ਵਿਚਕਾਰ ਖਿੱਚੀ ਗਈ ਤਕਸੀਮੀ ਲਕੀਰ ਨੇ ਭਰਾ ਤੋਂ ਭਰਾ ਤੋੜ ਦਿੱਤੇ। ਉਜਾੜੇ ਦਾ ਸਿਲਸਿਲਾ ਇੰਨਾ ਭਿਆਨਕ ਹੋ ਨਿਬੜੇਗਾ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਜੇ ਖੁਰਾਫਾਤ ਨਾਲ ਜਨੂਨ ਤੇ ਲੁੱਟ ਦਾ ਲਾਲਚ ਜੁੜ ਜਾਏ ਤਾਂ ਜ਼ੁਲਮ ਦੇ ਹੱਦ ਬੰਨੇ ਉੱਟ ਜਾਂਦੇ ਹੈ। ਛਵੀਆਂ ਉਗਾਉਂਦੀਆਂ, ਤਲਵਾਰਾਂ, ਟਾਕੂਏ, ਨੇਜ਼ਿਆਂ ਦੀ ਰੁੱਤ ਆ ਜਾਂਦੀ ਹੈ। ਮਨੁੱਖ ਨੇ ਪਾਗਲਪਨ ਦੀ ਹੱਦ ਤੱਕ ਨਿਰਦਈ ਹੋ ਕੇ ਘੋਰ ਅਪਰਾਧੀ ਬਿਰਤੀ ਧਾਰ ਲੈਂਦਾ ਹੈ। ਬਿਸੀਅਰ ਦੇ ਜ਼ਹਿਰੀਲੇ ਜਵਾੜੇ ਖੁੱਲ ਜਾਂਦੇ ਹਨ। ਫੁੰਕਾਰੇ ਤੇ ਡੰਗ ਮਨੁੱਖਤਾ ਦੀ ਦੇਹੀ ਨੂੰ ਨੀਲਾ ਕਰ ਛੱਡਦੇ ਹਨ। ਉਜਾੜ ਥਾਵਾਂ ਕਤਲਗਾਹਾਂ 'ਚ ਬਦਲ ਗਈਆਂ। ਧਰਤੀ ਇਨਸਾਨੀ ਲਹੂ ਨਾਲ ਲਹੂ ਲੁਹਾਨ ਹੋ ਗਈ। ਆਪਣੀਆਂ ਧੀਆਂ ਭੈਣਾਂ ਨੂੰ ਬਗਾਨੀਆਂ ਸਮਝ ਕੇ ਦਰਿੰਦਗੀ ਕਰਨ, ਇੱਜ਼ਤਾਂ ਲੁੱਟਣ ਦਾ ਸਿਲਸਿਲਾ ਬੇਖੌਫ ਚੱਲਣ ਲੱਗਿਆ। ਬੱਚੇ ਬੁੱਢੇ ਨੇਜ਼ਿਆਂ ਉੱਪਰ ਟੰਗ ਦਿੱਤੇ। ਸਰਹੱਦ ਦੀ ਲਾਲ ਲਕੀਰ ਟੱਪਣ ਤੋਂ ਪਹਿਲਾਂ ਕਾਫਲੇ ਬੇਰਹਿਮੀ ਨਾਲ ਲੁੱਟ ਲਏ ਗਏ। ਲਾਸ਼ਾਂ ਦੇ ਜੰਗਲ 'ਚ ਗਿਰਜਾਂ ਦੇ ਝੁੰਡ ਮੰਡਰਾਉਣ ਲੱਗੇ। ਮਾਸ ਖੋਰੇ ਕੁੱਤਿਆਂ ਨੇ ਕੁੱਖਾਂ ਭਰ ਲਈਆਂ। ਦਰਿਆਵਾਂ ਦਾ ਪਾਣੀ ਲਾਲ ਹੋ ਗਿਆ। ਹਵਾ ਨਫ਼ਰਤਾਂ ਦੇ ਕਾਲੇ ਧੂਏ ਨਾਲ ਜ਼ਹਿਰੀਲੀ ਹੋ ਗਈ। ਘਰਾਂ ਦੇ ਘਰ ਉਜਾੜ ਬਣ ਗਏ। ਸੁਹਾਵੀ ਧਰਤ ਸਿਵਿਆਂ ਕਬਰਾਂ 'ਚ ਤਬਦੀਲ ਹੋ ਗਈ। ਹੈਵਾਨੀਅਤ ਅੱਗੇ ਇਨਸਾਨੀਅਤ ਸ਼ਰਮਸਾਰ ਹੋ ਗਈ। ਕਾਫਲੇ ਲੁੱਟਣ ਵਾਲੇ ਧਾੜਵੀ ਦਿਨ ਰਾਤ ਹਰਲ ਹਰਲ ਕਰਦੇ, ਆਪੋ ਆਪਣੇ ਫਿਰਕੂ ਨਾਰੇ ਬੁਲੰਦ ਕਰਦੇ ਫਿਰ ਰਹੇ ਸਨ। ਸਰਕਾਰ ਬੇਵੱਸ ਸੀ। ਅਮਨ ਪਸੰਦ ਲੋਕ ਬੇਵੱਸ ਸਨ। ਬੇਰਹਿਮੀਆਂ ਨੇ ਚੰਗਾ ਸੁਣਨ ਤੋਂ ਇਨਕਾਰੀ ਹੋ ਕੇ ਅੱਖਾਂ ਕੰਨ ਬੰਦ ਕਰ ਲਏ ਸਨ। ਸੱਚ ਤੇ ਇਨਸਾਫ ਦਾ ਸੂਰਜ ਬੱਦਲਾਂ ਪਿੱਛੇ ਗੋਡੀ ਮਾਰ ਗਿਆ। ਕੇਵਲ ਕਾਲੀ ਬੋਲੀ ਨੇਰੀ ਰਾਤ ਨੇ ਆਪਣੀ ਡਰਾਉਣੀ ਚਾਦਰ ਫੈਲਾ ਰੱਖੀ ਸੀ। ਪੰਜਾਬ ਦੀ ਸ਼ਾਨਾਮਤੀ ਜੀਵਨ ਜਾਚ ਦੇ ਵਾਰਸ ਆਪਣਾ ਗੌਰਵ ਭੁੱਲ ਕੇ ਲਹੂ ਪੀਕ ਦੀ ਵੈਤਰਨੀ ਨਦੀ 'ਚ ਡੁਬਕੀਆਂ ਮਾਰਨ ਲੱਗ ਪਏ। ਪਰ ਅੱਗੇ ਸੁਰਗ ਕਿੱਥੇ ਸੀ? ਲੱਖਾਂ ਨਿਰਦੋਸ਼ੇ ਲੋਕਾਂ ਦੀ ਵੱਡਾ ਕੱਟੀ ਕਰਕੇ, ਅਨੇਕਾਂ ਤਰੀਮਤਾਂ ਦੀ ਅਸਮਤ ਤਾਰ ਕਰਕੇ, ਸੁਹਾਗਣਾ ਦੇ ਸੁਹਾਗ ਲੁੱਟ ਕੇ, ਮਾਸੂਮ ਬੱਚਿਆਂ ਨੂੰ ਤੜਫਾ ਕੇ ਮਾਰਨ ਵਾਲੇ ਕੀ ਜਾਣਨ ਕਿ ਸੁਰਗ ਕੀ ਹੁੰਦਾ ਹੈ, ਨਰਕ ਕਿਵੇਂ ਹੰਢਾਇਆ ਜਾਂਦਾ ਹੈ। ਕਤਲ ਮਾਨਵਤਾ ਦਾ ਹੋਇਆ। ਸਾਂਝ ਬੇਕਸਾਂ ਦੀ ਟੁੱਟੀ। ਬੇਵਸ ਮੁਟਿਆਰਾਂ ਦਾ ਠੰਡਾ ਗੋਸ਼ਤ ਚੂੰਡਣ ਵਾਲੇ ਬਘਿਆੜ ਮਨਾਈਆਂ ਕਰਦੇ ਫਿਰ ਰਹੇ ਸਨ। ਦਹਿਸ਼ਤ ਤੇ ਵਹਿਸ਼ਤ ਦਾ ਦੌਰ ਪੂਰੇ ਬੇਕਿਰਕ ਜਾਹੋ ਜਲਾਲ ਨਾਲ ਆਪਣੇ ਜੋਬਨ ਤੇ ਸੀ। ਕੋਟ ਬਦਰੂ ਖਾਂ ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਮੁਸਲਮਾਨ ਜੁਲਾਹਿਆਂ ਦੇ 2 ਘਰ ਸਨ। ਇਮਾਮ ਬਖਸ਼ ਮਦਰਸੇ 'ਚ ਪੜ੍ਹਾਉਂਦਾ ਸੀ। ਉਹਦਾ ਛੋਟਾ ਭਰਾ ਸੁਲੇਮਾਨ ਖੱਡੀ ਦਾ ਹੁਨਰਮੰਦ ਦਸਤਕਾਰ ਸੀ। ਮਾਸਟਰ ਇਮਾਮ ਬਖਸ਼ ਤਾਲੀਮ ਯਾਫਤਾ ਹੋਣ ਕਰਕੇ ਪਿੰਡ 'ਚ ਸਤਕਾਰਿਆ ਵਿਅਕਤੀ ਸੀ। ਲਿਖਣ ਪੜ੍ਹਨ ਵਾਲੇ ਕੰਮਾਂ 'ਚ ਹਰ ਲੋੜਵੰਦ ਦੀ ਸਹਾਇਤਾ ਕਰਦਾ ਹੁੰਦਾ। ਉਹਦੀ ਬੀਵੀ ਮਕਾਬਰ ਨੂੰ ਜੇ ਹੁਸਨ ਪਰੀ ਆਖਿਆ ਜਾਏ ਤਾਂ ਕੋਈ ਅਤਕਥਨੀ ਨਹੀਂ। ਲਾਲ ਸੂਹਾ ਰੰਗ, ਦੀਵੇ ਦੀ ਲਾਟ ਵਰਗੀ ਦਗ-ਦਗ ਕਰਦੀ, ਪਤੰਗ ਜਿਹੀ ਮੁਟਿਆਰ ਬਿਨਾਂ ਡੋਰ ਤੋਂ ਉੱਡੂ ਕਰਦੀ ਫਿਰਦੀ। ਮੁਕਾਬਰ ਬਹੁਤਾ ਚਿਰ ਆਪਣੇ ਖਾਵੰਦ ਨਾਲ ਬੱਝੀ ਨਾ ਰਹਿ ਸਕੀ। ਮਛੋਹਰ ਸੁਲੇਮਾਨ ਨੂੰ ਕਾਬੂ ਕਰ ਲਿਆ। ਚਲੋ, ਕਿਸਮ ਦੀ ਤੀਵੀਂ ਦੇ 2 ਅਲੱਗ-ਅਲੱਗ ਰੂਪ ਦਿਸਦੇ। ਇੱਕ ਪਾਸੇ ਦੁਨੀਆਦਾਰੀ ਨਿਭਾਉਣ ਦਾ ਝੂਠਾ ਦਿਖਾਵਾ ਤੇ ਦੂਜਾ ਕਾਮੁਕ, ਬੇਸਬਰੀ, ਬੇਗੈਰਤ, ਜਾਦੂਗਰਨੀ ਵਾਲਾ ਰੂਪ। ਵਫਾ ਵੀ ਤੇ ਬੇਵਫਾ ਵੀ। ਇਸੇ ਦੁਰਾਚਾਰ 'ਚ ਉਹਦੀ ਸ਼ਮੂਲੀਅਤ ਐਵੇਂ ਅਚਾਨਕ ਭੁੱਲ ਚੁੱਕ ਨਾਲ ਨਹੀਂ ਹੋਈ, ਸਗੋਂ ਜਾਣ ਬੁੱਝ ਕੇ ਘੜੀ ਮਿੱਥੀ ਸਾਜ਼ਿਸ਼ ਅਨੁਸਾਰ ਕੀਤਾ ਜਾਣ ਵਾਲਾ ਕੁਕਰਮ ਸੀ। ਪੂਰੇ ਘਰ ਤੇ ਕਬਜ਼ਾ,
ਆਮਦਨ ਤੇ ਛਾਪਾ, ਅੱਗ ਵਾਂਗ ਮੱਚਦੀ ਸਰੀਰਕ ਤਮਾਂ ਦੀ ਪੂਰਤੀ ਅਲੱਗ, ਨਾਲੇ ਪੁੰਨ ਨਾਲੇ ਫਲੀਆਂ। ਮੁਕਾਬਰ ਦੀ ਤਮਾਂ ਤੇ ਲਾਲਚ ਦਾ ਕੋਈ ਸਿਰਾ ਨਹੀਂ ਸੀ ਰਿਹਾ। ਹੌਲੀ ਹੌਲੀ ਲੋਕ ਲੱਜਾ ਤੇ ਆਪਣੇ ਆਦਮੀ ਤੋਂ ਓਲਾ ਉੱਠਦਾ ਰਿਹਾ, ਦਿਖਾਵਾ ਨਹੀਂ ਰਿਹਾ। ਸ਼ਰੇਆਮ ਸੁਲੇਮਾਨ ਨਾਲ ਰਹਿਣ ਲੱਗ ਪਈ। ਉਹਦੇ ਪੇਟੋਂ 2 ਧੀਆਂ ਤੇ ਤੀਜਾ ਪੁੱਤਰ ਪੈਦਾ ਹੋਇਆ। ਕੌਣ ਮਾਸਟਰ ਜੀ ਦਾ ਹੈ, ਕੌਣ ਸੁਲੇਮਾਨ ਦਾ, ਇਹ ਮੁਕਾਬਰ ਆਪ ਵੀ ਨਹੀਂ ਜਾਣਦੀ ਸੀ। ਲੋਕਾਂ ਨੂੰ ਤਾਂ ਕੀ ਪਰਖ ਹੁੰਦੀ। ਵੱਡੀ ਕੁੜੀ ਮਾਹੀ ਖਾਨਮ, ਛੋਟੀ ਮੇਰ ਗੁਲ ਤੇ ਮੁੰਡਾ ਗੁਲ। ਘਰ ਦੀ ਕਮਾਈ ਦੀ ਰਿਣੀ ਚਿਣੀ ਆਪਣੀ ਮੁੱਠੀ 'ਚ ਕਰਕੇ ਰੱਖਦੀ, ਖਰਚੇ ਵਿੱਚ ਕੰਜੂਸੀ ਕਰਦੀ। ਜੀਆਂ ਨੂੰ ਖਾਣ ਪੀਣ ਪਹਿਨਣ ਲਈ ਵੀ ਤਰਸਣਾ ਪੈਂਦਾ। ਬੱਚਤ ਕਿਹੜੇ ਖੂਹ ਖਾਤੇ 'ਚ ਸੁੱਟ ਆਉਂਦੀ ਇਹ ਉਹ ਜਾਣੇ। ਹੋਰ ਕਿਸੇ ਨੂੰ ਭਿਣਕ ਨਾ ਲੱਗਣ ਦਿੰਦੀ। ਸੁਲੇਮਾਨ ਨੂੰ 15-16 ਸਾਲ ਤੱਕ ਕੁੰਵਾਰਾ ਰੱਖਿਆ। ਅਚਾਰੀ ਅੰਬ ਦੀ ਫਾੜੀ ਵਾਂਗ ਚੂਸ ਲਿਆ। ਗੁੱਲ ਭਾਵੇਂ ਹਾਲੀ ਨਿੱਕਾ ਸੀ, ਮਾਹੀ ਤੇ ਮੇਰ ਨੂੰ ਆਪਣੀ ਮਾਂ ਦੀਆਂ ਕੁਝ ਚਾਲਾਂ ਦੀ ਸਮਝ ਪੈਣ ਲੱਗ ਪਈ ਸੀ। ਉਹਨਾਂ ਨੂੰ ਆਪਣੇ ਬਾਪੂ ਦੀ ਬੇਵੱਸ ਅਵਸਥਾ ਉੱਪਰ ਤਰਸ ਆਉਂਦਾ। ਆਪਣੀ ਬਦਚਲਨ ਮਾਂ ਤੇ ਚਾਚੇ ਲਈ ਨਫ਼ਰਤ, ਸਿਰਫ ਨਫ਼ਰਤ ਸੀ। ਇਮਾਮ ਬਖਸ਼ ਦੀ ਘਰ 'ਚ ਪੁੱਛ-ਗਿੱਛ ਸਿਫਰ ਹੋ ਗਈ। ਮਕਾਬਰ ਦਾ ਬੇਗਮੀ ਹੁਕਮ ਕੋਈ ਨਾ ਮੋੜ ਸਕਦਾ। ਆਪ ਚੰਗਾ ਖਾਂਦੀ, ਚੰਗਾ ਪਹਿਨਦੀ, ਢਲਦੀ ਉਮਰ ਦਾ ਪਰਛਾਵਾਂ ਉਹਦੇ ਨੇੜੇ ਨਾ ਫਟਕਿਆ। ਗਲਤੀ ਕਰ ਬੈਠੀ ਜਾਂ ਠੀਕ। ਸੁੱਚਾਪੁਰ ਤੋਂ ਗਰੀਬ ਘਰ ਦੀ ਤੇਲਣ ਨੂਰਾਂ ਜੋ ਰਿਸ਼ਤੇ 'ਚ ਦੂਰ ਤੋਂ ਮੁਕਾਬਰ ਦੀ ਮਸੇਰ ਭੈਣ ਸੀ, ਸੁਲੇਮਾਨ ਵਾਸਤੇ ਲੈ ਆਈ। ਕੁਝ ਦਿਨਾਂ 'ਚ ਸੁਲੇਮਾਨ ਨੂਰਾਂ ਦਾ ਹੋ ਕੇ ਰਹਿ ਗਿਆ। ਨਵਾਂ ਮਾਲ ਸੀ, ਉਹ ਵੀ ਆਪਣਾ। ਮਕਾਬਰ ਆਖਰ ਉਹਦੀ ਆਪਣੀ ਨਹੀਂ ਸੀ, ਵਕਤ ਟਪਾਉਣ ਦਾ ਜ਼ਰੀਆ ਸੀ। ਮਕਾਬਰ ਦੀ ਲੋੜ ਘਟ ਗਈ। ਕੁਝ ਨੂਰਾਂ ਦੀ ਅਧਿਕਾਰ ਪ੍ਰਾਪਤ ਕਰਨ ਦੀ ਜੱਦੋਜਹਿਦ ਬਰਾਬਰ ਅਸਰ ਕਰਦੀ ਰਹੀ। ਨੂਰਾਂ ਦੇ ਉੱਪਰ ਥਲੀ 2 ਮੁੰਡੇ ਹੋਏ। ਇੱਥੇ ਆ ਕੇ ਮਕਾਬਰ ਨੂੰ ਆਪਣਾ ਸਭ ਕੁਝ ਜਾਂਦਾ ਦਿਸਿਆ। ਮਕਾਬਰ ਤੇ ਸੁਲੇਮਾਨ ਦਾ ਪੂਰਾ ਫਰਕ ਪੈ ਗਿਆ। ਕਈ ਕਾਰਨ ਬਣ ਗਏ। ਮਕਾਬਰ ਦਾ ਸੁਲੇਮਾਨ ਦੀ ਤੀਵੀਂ ਤੇ ਮੁੰਡਿਆਂ ਨਾਲ ਵਿਤਕਰਾ ਰੱਖਣਾ, ਸੁਲੇਮਾਨ ਦੀ ਕਮਾਈ ਉੱਪਰ ਢੋਟਾ ਮਾਰ ਕੇ ਬੈਠਣਾ। ਸਭ ਤੋਂ ਵੱਡਾ ਕਾਰਨ ਸੁਲੇਮਾਨ ਦਾ 2 ਤੀਵੀਆਂ ਨਾਲ ਸਾਵਾਂ ਨਾ ਨਿਭ ਸਕਣਾ ਸਾਬਤ ਹੋਇਆ। ਢਲਦੀ ਉਮਰ 'ਚ 2 ਤੀਵੀਆਂ ਨੂੰ ਸਰਚਾ ਕੇ ਰੱਖਣਾ ਵੀ ਔਖਾ ਸੀ। ਮਕਾਬਰ ਤੋਂ ਕੰਨੀ ਕਤਰਾਉਣ ਲੱਗ ਪਿਆ। ਮਕਾਬਰ ਇਹ ਕਦੋਂ ਝੱਲਣ ਵਾਲੀ ਸੀ। ਸੁਲੇਮਾਨ ਤੇ ਕਬਜ਼ਾ ਛੱਡਣਾ ਉਹਨੂੰ ਕਿਵੇਂ ਵੀ ਗਵਾਰਾ ਨਹੀਂ ਸੀ। ਉਸ ਮੁਤਾਬਕ ਸੁਲੇਮਾਨ ਉਹਦੀ ਚੜ੍ਹਦੀ ਜਵਾਨੀ ਦਾ ਰਸ ਚੂਸ ਕੇ ਹੁਣ ਆਪਣੇ ਜਵਾਕਾਂ 'ਚ ਕਿਵੇਂ ਰਮ ਜਾਵੇ। ਮਾਹੀ ਤੇ ਮੇਰ ਹੁਣ ਗੁੱਸਾ ਭੁੱਲ ਕੇ ਮਾਂ ਤੇ ਚਾਚੇ ਦੀ ਲੜਾਈ ਦਾ ਤਮਾਸ਼ਾ ਦੇਖਣ ਤੇ ਹੋ ਗਈਆਂ। ਬਾਲਗ ਹੋ ਗਈਆਂ ਸਨ, ਚੰਗੇ ਮਾੜੇ ਦੀ ਸਮਝ ਆ ਗਈ ਸੀ। ਕਲੇਸ਼ ਨਾ ਮਿਟਿਆ। ਅੜੀ ਕਰਕੇ ਸੁਲੇਮਾਨ ਆਪਣੇ ਜਵਾਕਾਂ ਨੂੰ ਲੈ ਕੇ ਅੱਡ ਹੋ ਗਿਆ। 4 ਵਿਗੇ ਜ਼ਮੀਨ ਸੀ, ਬਰਾਬਰ ਵੰਡ ਲਈ। ਅੱਧਾ ਘਰ ਵੰਡਾ ਲਿਆ, ਪਰ ਮਕਾਬਰ ਪਾਸ ਜਮ੍ਹਾਂ ਕੀਤੀ ਕਮਾਈ ਦਾ ਕੋਈ ਹਿਸਾਬ ਨਾ ਮਿਲਿਆ। ਮਕਾਬਰ ਨੇ ਠੋਸਾ ਦਿਖਾਤਾ, ਭਾਲਦਾ ਕਮਾਈ। ਹੁਣ ਤੱਕ ਜਿਹੜੀ ਮੇਰੇ ਨਾਲ ਖੇ ਖਾਂਦਾ ਰਿਹਾ ਉਹਦਾ ਤਾਂ ਕੋਈ ਮੁੱਲ ਨਹੀਂ ਰਿਹਾ। ਜਾ ਮੌਜ ਕਰ, ਮੇਰੀ ਸਿਆਣ ਦੀ ਆ ਤੈਨੂੰ ਜੁੱਤੀ, ਹਰਾਮਖੋਰ ਕਿਤੋਂ ਦਾ। ਮਾਹੀ ਤੇ ਮੇਰ ਮੂੰਹਾਂ 'ਚ ਉਂਗਲਾਂ ਪਾਈ ਇਸ ਗੰਦੇ ਵਾਕ ਯੁੱਧ ਨੂੰ ਵੇਖ ਰਹੀਆਂ ਸਨ। ਸੁਲੇਮਾਨ ਦੇ ਲੰਗੋਟ ਦੀ ਢਿੱਲ ਦਾ ਜਨਾਜ਼ਾ ਸ਼ਰੇਆਮ ਬੜੀ ਧੂਮ-ਧਾਮ ਨਾਲ ਨਿਕਲ ਰਿਹਾ ਸੀ। ਇਹ ਰੋਸਾ ਥੋੜ੍ਹ ਚਿਰਾ ਸੀ, ਸਰਦਾ ਦੋਹਾਂ ਨੂੰ ਨਹੀਂ ਸੀ। ਭਾਵੇਂ 2 ਘਰ ਬਣ ਗਏ, ਕੰਧਾਂ ਵੀ ਨਿਕਲ ਗਈਆਂ। ਵਿਚਾਰਾ ਇਮਾਮ ਬਖਸ਼ ਮੁੜ ਤੋਂ ਨਾ ਘਰ ਦਾ ਰਿਹਾ ਨਾ ਘਾਟ ਦਾ। ਉਹ ਜਾਣਦਾ ਸੀ ਇੰਨੀ ਡੂੰਘੀ ਯਾਰੀ ਤੜਕ ਕਰਕੇ ਕਿਵੇਂ ਟੁੱਟ ਸਕਦੀ ਹੈ। ਮਾਹੀ ਤੇ ਮੇਰ ਸਾਰਾ ਕੁਝ ਦੇਖਦੇ ਹੋਏ ਵੀ ਕੁਝ ਨਾ ਕਰ ਸਕੀਆਂ, ਸਿਵਾਏ ਘਰ ਦੀ ਸੁੱਚ ਖਰਾਬ ਹੋਣ ਦਾ ਮਾਤਮ ਮਨਾਉਣ ਤੋਂ। ਇਸ ਘੋਰ ਅਪਰਾਧ ਤੇ ਨਿਰਲੱਜਤਾ ਲਈ ਉਹ ਮਕਾਬਰ ਨੂੰ ਕਦੀ ਮਾਫ ਨਹੀਂ ਕਰ ਸਕੀਆਂ, ਸਗੋਂ ਉਹਨਾਂ ਅੰਦਰ ਉਸ ਪ੍ਰਤੀ ਕੇਵਲ ਨਫ਼ਰਤ ਸੀ। ਆਉਂਦੀ ਕੁੜੀਏ ਜਾਂਦੀ ਕੁੜੀਏ, ਭਿਉਂ ਗੜਬੇ ਵਿੱਚ ਛੋਲੇ, ਨੀ ਫੜ ਲੈ ਕੇਸਾਂ ਤੋਂ, ਮੁੰਡਾ ਫੇਰ ਨਾ ਬਰਾਬਰ ਬੋਲੇ। ਧੰਨਵਾਦ। ਪਾਠ ਚੌਥਾ। ਬੁਰਛਾ ਗਰਦੀ ਦੀ ਨੇਰੀ ਝੁੱਲ ਰਹੀ ਸੀ। ਨਾ ਜਾਣੇ ਕਦੋਂ ਧਾੜਵੀ ਆ ਜਾਣ, ਘਰੇ ਪਿਆਂ ਨੂੰ ਦੱਬ ਲੈਣ। ਚੁਕੰਨੇ ਹੋ ਗਏ। ਕਾਹਲੀ ਨਾਲ ਕੱਪੜਾ ਲੀੜਾ ਤੇ ਖਾਣ ਪੀਣ ਦਾ ਸਮਾਨ ਬੰਨ ਲਿਆ। ਮਕਾਬਰ ਨੇ ਪੈਸਾ ਉੱਕਰ ਤੇ ਟੂਮਾਂ ਗੁੱਥੜੀ 'ਚ ਪਾ ਕੇ ਰੱਸੀ ਨਾਲ ਕੱਸ ਕੇ ਬੰਨ ਕੇ 2-4 ਕੰਬਲ ਖੇਸਾਂ ਦੀ ਗੱਠੜੀ 'ਚ ਤੁੰਨ ਲਈ। ਘਰ ਛੱਡਣ ਦੀ ਤਿਆਰੀ ਹੋ ਗਈ। ਸਰਹੱਦ ਦੂਰ ਸੀ। ਕੈਂਪ 'ਚ ਜਾਣ ਦਾ ਨਿਰਣਾ ਕਰਕੇ ਰੱਬ ਦੇ ਭਾਣੇ 'ਚ ਤੁਰ ਗਏ। ਨਿਹੱਥਾ ਕਾਫਲਾ ਸਿਰਾਂ ਤੇ ਗੱਠੜੀਆਂ ਚੁੱਕੀ, ਬੱਚਿਆਂ ਦੀਆਂ ਉਂਗਲਾਂ ਫੜੀ ਤੁਰਿਆ ਜਾ ਰਿਹਾ ਸੀ। ਮਨਾਂ 'ਚ ਸ਼ੰਕੇ ਸਨ, ਖੌਫ ਸੀ, ਮੂਹਰੇ ਡਰਾਉਣੀ ਰਾਤ, ਵਾਟ ਲਮੇਰੀ, ਰਾਹ ਅਣਜਾਣੇ ਸਨ। ਥੋੜਾ ਖੜਾਕ ਕਦਮ ਰੋਕ ਦਿੰਦਾ। ਖਤਰਾ ਭੰਪਣ ਲਈ ਭੈ ਭੀਤ ਅੱਖਾਂ ਇੱਧਰ ਉੱਧਰ ਝਾਕਣ ਲੱਗਦੀਆਂ। ਥੱਕੇ ਹੋਏ ਭੁੱਖਣ ਭਾਣੇ ਨਿਆਣੇ ਵਿਲਕਣ ਲੱਗ ਜਾਂਦੇ। ਕਦੇ ਕੰਧਾੜੇ ਚੁੱਕ ਲੈਂਦੇ, ਕਦੇ ਤੋਰ ਲੈਂਦੇ। ਚੱਲੀ ਜਾ ਰਹੇ ਸਨ ਕਿਸੇ ਗੁੰਮਨਾਮ ਮੰਜ਼ਿਲ ਦੀ ਤਲਾਸ਼ ਵਿੱਚ।
ਸੂਰਜ ਦੀ ਟਿੱਕੀ ਪੱਛਮ ਵੱਲ ਅੱਖਾਂ ਸਾਹਮਣੇ ਗੋਡੀ ਮਾਰ ਗਈ। ਰਾਤ ਉਤਰਨ ਤੋਂ ਪਹਿਲਾਂ ਲੁਕਣ ਵਾਸਤੇ ਟਿਕਾਣਾ ਲੱਭਿਆ। ਬੀਆਬਾਨ ਬੰਨੇ ਜੰਗਲ ਵਿੱਚ ਛੋਟੀ ਜਿਹੀ ਛੱਪੜੀ ਦੇ ਕਿਨਾਰੇ ਉੱਗੀਆਂ ਕੰਡੇਦਾਰ ਝਾੜੀਆਂ ਵਿਚਕਾਰਲੀ ਕੱਚੀ ਰੇਤ ਵਾਲੀ ਥਾਂ ਤੇ ਡਿੱਗ ਪਏ। ਸਮਾਨ ਗਠੜੀਆਂ ਮਲਿਆਂ ਚ ਲੁਕੋਤੀਆਂ, ਝੋਲੇ ਚੋਂ ਘਰੋਂ ਪਕਾ ਕੇ ਲਿਆਂਦੀਆਂ ਮੰਨੀਆਂ ਜਵਾਕਾਂ ਦੇ ਹੱਥਾਂ ਤੇ ਧਰ ਦਿੱਤੀਆਂ। ਧਿਆਨ ਤੇ ਕੰਨ ਬੰਨੇ ਦੇ ਵਿਚਾਲਿਓਂ ਲੰਘਦੀ ਸੁੰਨਸਾਨ ਪਗਡੰਡੀ ਵੱਲ ਸੀ ਦੜਵੱਟੀ ਹੋਈ। ਰਾਤ ਦਾ ਸਨਾਟਾ ਕਦੇ ਕਦਾਈ ਕਿਸੇ ਪੰਛੀ ਦੀ ਫੜਫੜਾਹਟ ਨਾਲ ਭੰਗ ਹੁੰਦਾ ਤਾਂ ਹੱਥ ਕਲੇਜੇ ਤੇ ਆ ਟਿਕਦੇ। ਪਹਿਲੀ ਰਾਤ ਮਸਾਂ ਲੰਘੀ ਛੱਪੜੀ ਕਿਨਾਰੇ ਪਗਡੰਡੀ ਉੱਤੇ ਪੈੜ ਚਾਲ ਸੁਣੀ। ਅੱਧ ਚਾਨਣੀ ਰਾਤ ਦੇ ਮੱਧਮ ਚਾਨਣ ਵਿੱਚੋਂ ਚੀਰ ਕੇ ਦੇਖਿਆ 4 ਜਣੇ ਸਨ। ਥੋੜੀ ਦੇਰ ਬੈਠੇ ਰਹੇ, ਕੁਝ ਖਾ ਪੀ ਰਹੇ ਸਨ, ਘੁਸਰ ਮੁਸਰ ਵੀ ਕਰਦੇ ਰਹੇ। ਉੱਲੂ ਬੋਲਿਆ ਹੁੱਕ ਹੁੱਕ ਹੂ ਤੇ ਕੋਈ ਨਿਆਣਾ ਡਰ ਕੇ ਉੱਠ ਬੈਠਾ, ਚੀਕ ਮਾਰੀ। ਬਾਕੀ ਬੱਚੇ ਅੱਬੜਵਾਏ ਉੱਠ ਖਲੋਤੇ। ਇਮਾਮ ਬਖਸ਼ ਹੋਰੇ ਹਲੇ ਬੱਚਿਆਂ ਨੂੰ ਸੰਭਾਲ ਹੀ ਰਹੇ ਸੀ ਕਿ ਵਾਰ ਨੇ ਘੇਰਾ ਘੱਤ ਲਿਆ। ਕਾਫਰੋ, ਚਲੋ ਉੱਠੋ। ਆਪਣੇ ਹੱਥਾਂ ਵਿਚਲੇ ਹਥਿਆਰਾਂ ਦੀਆਂ ਖੋਦਾਂ ਮਾਰਨੀਆਂ ਸ਼ੁਰੂ ਕਰਤੀਆਂ। ਲਕਾ ਤੁਕਾ ਚੁਕਾ ਕੇ ਬੰਨੇ ਦੇ ਬਾਹਰ ਉੱਚੇ ਟਿੱਬੇ ਵੱਲ ਮੂਹਰੇ ਲਗਾ ਲਏ। ਸੁੰਨੀ ਰੂਹੀ ਪਹਾੜੀ ਵਾਂਗ ਫੈਲਿਆ ਟਿੱਬਾ, ਸਾਰਾ ਸਮਾਨ ਧਰ ਦਿਓ ਜੇ ਜਾਨ ਚਾਹੁੰਦੇ ਹੋ ਤਾਂ। ਸੁਲੇਮਾਨ ਨੇ 3 ਗਠੜੀਆਂ ਆਦਮੀਆਂ ਦੇ ਪੈਰਾਂ 'ਚ ਸੁੱਟਤੀਆਂ। ਓਏ ਮੱਦੀ, ਦੇਖਦਾ ਕੀ ਆ? ਤਲਾਸ਼ੀ ਲੈ ਸਾਲੇ ਸੁੱਲਿਆਂ ਦੀ। ਬਾਈ, ਹੋਰ ਕੁਛ ਨਹੀਂ ਇਹਨਾਂ ਕੋਲੇ, ਮੈਂ ਦੇਖ ਲਿਆ। ਦੂਜੇ ਨੇ ਜਾਮਾ ਤਲਾਸ਼ੀ ਮੁਕੰਮਲ ਕਰ ਲਈ ਸੀ। ਤੈਂ ਫਿਰ ਸੁਆਹ ਦੇਖਿਆ? ਆ ਚਕੋਰੀਆਂ ਤੈਨੂੰ ਦਿਸੀਆਂ ਨਹੀਂ? ਇੰਨਾ ਕੀਮਤੀ ਸਮਾਨ। ਪਹਿਲੇ ਨੇ ਮਾਹੀ ਦੇ ਨੇੜੇ ਹੁੰਦਿਆਂ ਕਿਹਾ। 2 ਜਣਿਆਂ ਨੇ ਮਾਹੀ ਤੇ ਮੇਰ ਦੀਆਂ ਬਾਹਾਂ ਫੜ ਲਈਆਂ। ਬਾਕੀਆਂ ਨੂੰ ਭੱਜ ਜਾਣ ਦਾ ਹੁਕਮ ਦਿੱਤਾ। ਅੱਖ ਬਚਾ ਕੇ ਮਕਾਬਰ ਨੇ ਕੰਬਲ ਖੇਸਾਂ ਵਾਲੀ ਗਠੜੀ ਖੋਲ ਲਈ, ਵਿੱਚੋਂ ਗੁੱਥਲੀ ਕੱਢ ਕੇ ਆਪਣੀ ਪਿੱਠ ਪਿੱਛੇ ਲੁਕਾ ਲਈ। ਇੱਕ ਹੱਥ ਮੂਹਰੇ, ਇੱਕ ਮਗਰ। ਸਰਦਾਰ ਦੀ ਨਿਗਾਹ ਸੀ। ਨੇੜੇ ਲੱਗ ਕੇ ਜ਼ੋਰਦਾਰ ਮੁੱਕਾ ਮਕਾਬਰ ਦੀਆਂ ਨਾਸਾਂ ਤੇ ਜੜਤਾ। ਸਾਲੀ ਹਰਾਮਜ਼ਾਦੀ ਬਹੁਤ ਚਲਾਕ ਬਣਦੀ ਏ। ਸਾਰੇ ਦਹਿਲ ਗਏ। ਇਮਾਮ ਬਖਸ਼ ਸਰਦਾਰ ਦੇ ਪੈਰਾਂ 'ਚ ਡਿੱਗ ਪਿਆ। ਇਹ ਗੁੱਥਲੀ ਨਾ ਲਿਜਾਓ, ਮੇਰੀਆਂ ਬੇਟੀਆਂ ਦੀ ਅਮਾਨਤ ਹੈ। ਇੱਕ ਲੱਤ ਇਮਾਮ ਬਖਸ਼ ਦੀ ਵੱਖੀ 'ਚ ਵੱਜੀ। ਬੁੜਾ ਬੁੜਕ ਕੇ ਪਰਾਂ ਲੋਟਣੀ ਖਾ ਗਿਆ। ਤੇਰੀਆਂ ਬੇਟੀਆਂ ਜੇ ਤੇਰੇ ਨਾਲ ਜਾਣਗੀਆਂ ਤਾਂ? ਡਾਕੂਆਂ ਵਾਲਾ ਹਾਸਾ ਹੱਸਿਆ। ਇਮਾਮ ਬਖਸ਼ ਥੈਲੀ ਹੱਥ 'ਚ ਫੜੀ ਸਾਬੀ ਦੇ ਪੈਰਾਂ 'ਚ ਗਿੜਗੜਾ ਰਿਹਾ ਸੀ। ਇਹ ਉਹ ਨਹੀਂ ਮੰਨਦਾ, ਨਬੇੜ ਪਰੇ ਇਹਦਾ ਕੰਮ, ਆਖ ਕੇ ਸਾਹਿਬ ਸਿੰਘ ਪਰੇ ਹਟ ਗਿਆ। ਮੱਦੀ ਨੇ ਤਲਵਾਰ ਦਾ ਇੱਕ ਵਾਰ ਕੀਤਾ। ਨੀਵੇਂ ਝੁਕੇ ਬੁੱਢੇ ਦੀ ਗਰਦਨ ਲੈ ਕੇ ਹੇਠਾਂ ਡਿੱਗ ਪਈ। ਛੋਟਾ ਗੁੱਲ ਆਪਣੇ ਬਾਪ ਦੀ ਲਾਸ਼ ਤੇ ਡਿੱਗ ਪਿਆ। ਇੱਕ ਬਰਛੀ ਬੱਚੇ ਦੀ ਪਿੱਠ 'ਚ ਖੋਪਤੀ ਤੇ ਧੜ ਨੇਜੇ ਉੱਪਰ ਟੰਗ ਲਈ। ਮਕਾਬਰ ਨੇ ਸੁਲੇਮਾਨ ਦੀ ਬਾਂਹ ਫੜੀ। ਟਿੱਬੇ ਦੀ ਢਲਾਣ ਵੱਲ ਭੱਜ ਤੁਰੀ। ਨੂਰਾ ਆਪਣੇ ਦੋਹਾਂ ਜਵਾਕਾਂ ਦੀਆਂ ਬਾਂਹ ਫੜ ਕੇ ਘਸੀੜਦੀ ਹੋਈ ਸੁਲੇਮਾਨ ਦੇ ਪਿੱਛੇ ਦੌੜ ਗਈ। ਮਾਹੀ ਤੇ ਮੇਰ ਦੇ ਪੈਰ ਰੇਤ 'ਚ ਜੰਮ ਗਏ। ਦਿਮਾਗ ਸੁੰਨ ਹੋ ਗਿਆ, ਸਰੀਰ ਕਿਰਿਆਹੀਨ। ਟੋਆ ਪੁੱਟੋ, ਦੱਬੀਏ ਇਹਨਾਂ ਨੂੰ। ਮਾਹੀ ਤੇ ਮੇਰ ਨੇ ਸੁਣਿਆ ਨਾ। ਪਿੱਠ ਪਿੱਛੇ ਦੋਹਾਂ ਦੇ ਇੱਕ ਲੱਤ ਵੱਜੀ। ਮੂੰਹ ਭਾਰ ਡਿੱਗ ਪਈਆਂ। ਆਪਣੇ ਬਾਪੂ ਤੇ ਨਿੱਕੇ ਵੀਰ ਦੀ ਲੋਥ ਉੱਪਰ ਆਵਾਜ਼ ਫੇਰ ਕੜਕੀ। ਮੈਂ ਕਹਿੰਦਾ ਟੋਆ ਪੁੱਟੋ, ਨਹੀਂ ਤਾਂ ਇੱਥੇ ਰੁਲਦੀਆਂ ਰਹਿਣ ਦਿਓ। ਲਾਸ਼ਾਂ ਉੱਠ ਕੇ ਹੱਥਾਂ ਨਾਲ ਰੇਤ ਹਟਾਉਣ ਲੱਗ ਪਈਆਂ। ਨੀਮ ਬੇਹੋਸ਼ੀ 'ਚ ਬੇਜਾਨ ਹੱਥ ਚੱਲਦੇ ਰਹੇ। ਲਾਸ਼ਾਂ ਦੱਬਣ ਦੀ ਕਾਹਲੀ ਕਰਕੇ ਟਹਿਲੇ ਤੇ ਤਾਰੂ ਨੇ ਵੀ ਹੱਥ ਵੰਡਾਇਆ। ਪਿਓ ਪੁੱਤਰ ਦੀਆਂ ਲਾਸ਼ਾਂ ਟੋਏ 'ਚ ਸੁੱਟ ਕੇ ਮਿੱਟੀ ਦਾ ਲੜ ਮੋੜ ਦਿੱਤਾ। ਚਲੋ ਠੀਕ ਹੈ, ਹੋ ਗਿਆ, ਸਾਬੀ ਨੇ ਇਉਂ ਆਖਿਆ ਜਿਵੇਂ ਕੋਈ ਭਲਾ ਕੰਮ ਨਿਬੇੜਨ ਤੇ ਆਖੀਦਾ। ਲੁੱਟ ਦਾ ਮਾਲ ਟਿੱਬੇ ਉੱਪਰ ਖੜਿਆਂ ਨੇ ਵੰਡ ਲਿਆ। ਮਾਹੀ ਦੀ ਬਾਂਹ ਮੱਦੀ ਨੇ ਫੜ ਲਈ। ਮੇਰ ਗੁੱਲ ਸਾਬੀ ਦੀ ਮੇਰ ਵਿੱਚ ਤੇ ਬਾਕੀ ਬਚਦੀਆਂ ਗਠੜੀਆਂ ਨੂੰ ਟਹਿਲਾ ਤੇ ਤਾਰੂ ਚੁੱਕ ਕੇ ਚੱਲਦੇ ਬਣੇ। ਗੁੱਥਲੀ ਪਿੱਛੇ ਥੋੜਾ ਬਹੁਤ ਤਕਰਾਰ ਹੋਇਆ। ਸਾਬੀ ਟੋਲੀ ਦਾ ਸਰਦਾਰ ਸੀ, ਇਸੇ ਕਰਕੇ ਗੁੱਥਲੀ ਮੇਰੀ। ਗਾਹਾਂ ਕਿਸੇ ਮਾਰ ਤੇ ਮਿਲਣ ਵਾਲਾ ਸਮਾਨ ਥੋੜਾ, ਆਖ ਕੇ ਟਹਿਲਾ ਤੇ ਤਾਰੂ ਟਿਕਾਤੇ। ਉਸੇ ਜੰਗਲ 'ਚ ਬੰਨੀਆਂ ਬੋਤੀਆਂ ਕੋਲ ਮੁੜ ਆਏ। ਮਾਹੀ ਤੇ ਮੇਰ ਦੀਆਂ ਮੁਸ਼ਕਾਂ ਬੰਨ ਕੇ ਬੋਤੀਆਂ ਉੱਤੇ ਲੱਦ ਲਈਆਂ। ਭੈਣਾਂ ਵਿਛੜਨ ਸਮੇਂ ਇੱਕ ਦੂਜੇ ਦੇ ਗਲ ਲੱਗ ਕੇ ਰੋ ਵੀ ਨਾ ਸਕੀਆਂ। ਜ਼ੁਲਮ ਦੀ ਇੰਤਹਾ, ਕਹਿਰ ਦੀ ਹੱਦ ਨੇ ਗੂੰਗੀਆਂ ਬਣਾ ਦਿੱਤੀਆਂ। ਰੋਂਦੀਆਂ ਕਿਵੇਂ? ਸਮੇਂ ਦੀ ਕੋਈ ਅੰਤਮ ਅਦਾਲਤ ਨਹੀਂ ਤੇ ਇਤਿਹਾਸ ਆਖਰੀ ਵਾਰ ਕਦੇ ਲਿਖਿਆ ਨਹੀਂ ਜਾਂਦਾ। ਪਾਠ 5। ਡਕੈਤ, ਚੋਰ, ਯਾਰ ਆਪਣੇ ਕਾਲੇ ਕੰਮ ਕਾਲੀਆਂ ਰਾਤਾਂ ਦੇ ਹਨੇਰੇ 'ਚ ਚੰਗੀ ਤਰ੍ਹਾਂ ਕਰ ਸਕਦੇ ਹਨ, ਜਦਕਿ ਸ਼ਰੀਫ ਲੋਕ, ਸਮਾਜ ਦੇ ਅਨੁਸਾਰ ਚੱਲਣ ਵਾਲੇ ਲੋਕ ਆਪਣੇ ਦੁੱਧ ਵਰਗੇ ਚਿੱਟੇ ਕੰਮ ਦਿਨ ਦੇ ਚਿੱਟੇ ਉਜਾਲੇ 'ਚ ਬੇਖੌਫ ਹੋ ਕੇ ਕਰਦੇ ਹਨ। ਮੱਦੀ ਦੀ ਬੋਤੀ ਨੇ 1.5-2 ਪਹਿਰਾਂ ਦਾ ਹਨੇਰਾ ਚੀਰ ਕੇ ਮਾਹੀ ਖਾਨਮ ਨੂੰ ਵਾਣ ਦੀ ਟੁੱਟੀ ਦੌਣ ਵਾਲੀ ਮੰਜੀ ਤੇ ਲਿਆ ਸੁੱਟਿਆ।
ਮੁਸ਼ਕਾਂ 'ਚ ਨਰੜੀ ਮਾਹੀ ਝੋਲੀ ਬਣੀ ਮੰਜੀ 'ਚ ਗੁੱਛਾ ਮੁੱਛਾ ਬਣੀ ਪਈ ਰਹੀ। ਟੁੱਟਿਆ ਸਰੀਰ, ਚਸਕਦੇ ਹੱਡਾਂ ਨੇ ਨੀਂਦ ਕਿੱਥੋਂ ਆਉਣ ਦੇਣੀ ਸੀ। ਪਿਛਾਂ ਬੰਨੀਆਂ ਬਾਹਾਂ ਪਾਸਾ ਪਰਤਨ ਵੀ ਨਹੀਂ ਸੀ ਦੇ ਰਹੀਆਂ। ਕੇਵਲ ਲੱਤਾਂ ਸਿੱਧੀਆਂ ਜਾਂ ਇਕੱਠੀਆਂ ਕਰਦੀ ਹੁੰਗਰਾ ਮਾਰਦੀ ਪਈ ਰਹੀ। ਦਿਨ ਚੜੇ, ਪਰਾਂ ਮੰਜੀ ਤੇ ਪਿਆ ਮੱਦੀ ਉੱਠਿਆ। ਚਾਰੇ ਪਾਸੇ ਨਿਗਾਹ ਮਾਰ ਕੇ ਮਾਹੀ ਦੀਆਂ ਮੁਸ਼ਕਾਂ ਖੋਲ੍ਹਤੀਆਂ। ਮਾਹੀ ਮੰਜੀ ਤੋਂ ਉੱਠ ਕੇ ਖੜੀ ਹੋ ਗਈ, ਜਿਵੇਂ ਮੁਰਦਾ ਜਾਗ ਪਿਆ ਹੋਵੇ। ਸਾਹਮਣੇ ਭੂਰੀਆਂ ਮੁੱਛਾਂ ਵਾਲਾ ਮਧਰਾ ਜਿਹਾ ਆਦਮੀ ਬਿੱਲੀਆਂ ਅੱਖਾਂ ਨਾਲ ਉਸ ਵੱਲ ਵੇਖ ਰਿਹਾ ਸੀ। ਮਾਹੀ ਉਸ ਸਾਹਮਣੇ ਖੜ ਨਾ ਸਕੀ, ਲਗਭਗ ਡਿੱਗਣ ਵਾਂਗ ਭੁੰਜੇ ਬੈਠ ਗਈ। ਮੱਦੀ ਪਾਣੀ ਦੀ ਗੜਵੀ ਲੈ ਆਇਆ। ਲੈ ਮੂੰਹ ਹੱਥ ਧੋ ਲੈ, ਮੈਂ ਹੁਣੇ ਆਇਆ, ਆਖ ਕੇ ਕਾਫੀ ਦੇਰ ਨਾ ਮੁੜਿਆ। ਮਾਹੀ ਨੇ 2 ਘੁੱਟਾਂ ਪਾਣੀ ਅੰਦਰ ਲੰਘਾਇਆ, ਮੂੰਹ ਤੇ ਛਿੱਟੇ ਮਾਰੇ। ਥੋੜਾ ਚੈਨ ਮਿਲਿਆ, ਅੱਖਾਂ ਦਾ ਧੁੰਦਲਾਪਣ ਸਾਫ਼ ਹੋਇਆ। ਮੂੰਹ ਪੂੰਝਣ ਵਾਸਤੇ ਸਿਰ ਤੋਂ ਦੁਪੱਟਾ ਲੱਭਣ ਲਈ ਹੱਥ ਮਾਰਿਆ। ਸਿਰ ਨੰਗਾ ਸੀ, ਚੁੰਨੀ ਨਹੀਂ ਸੀ। ਮੈਲੀ ਕੁੜਤੀ ਦਾ ਲੜ ਮੂੰਹ ਉੱਪਰ ਕਸਾ ਲਿਆ। ਪਤਾ ਲੱਗਿਆ ਇੱਕ ਮੋਟੇ ਮੁੱਢ ਵਾਲੇ ਖੋਖੇ ਵਣ ਦੀ ਵਿਸ਼ਾਲ ਛਤਰੀ ਹੇਠ ਖਲੋਤੀ ਸੀ। ਸਾਹਮਣੇ ਇੱਕ ਕੱਚੀ ਕੋਠੜੀ ਵਣ ਵਾਂਗ ਨੰਗਾ ਸਿਰ ਕੱਢੀ ਖੜੀ ਸੀ। ਆਲੇ ਦੁਆਲੇ ਗਾਰੇ ਨਾਲ ਖੜੀ ਕੀਤੀ ਕੰਧ ਦਾ ਦੂਰ ਦੂਰ ਤੱਕ ਫੈਲਿਆ ਬਾਗਲ ਸੀ, ਜੋ ਕਈ ਥਾਵਾਂ ਤੋਂ ਇੰਨਾ ਘਸ ਭੁਰ ਗਿਆ ਸੀ ਕਿ ਬੰਦਾ ਛਾਲ ਮਾਰ ਕੇ ਅੰਦਰ ਆ ਵੜੇ। ਇਹੋ ਮੱਦੀ ਦਾ ਰਾਜ ਦੁਆਰਾ ਸੀ, ਜਿੱਥੇ ਮਾਹੀ ਖਾਨਮ ਨੂੰ ਲਿਆ ਸੁੱਟਿਆ ਸੀ। ਜਕਦੀ ਨੇ ਹੋਰ ਅੱਗੇ ਗੇੜਾ ਮਾਰਿਆ। ਕੋਠੜੀ ਨਾਲ ਕੱਚੇ ਥੜੇ ਉੱਪਰ ਘੜੇ ਪਏ ਸਨ, ਮੈਲੇ ਚੱਪੜਾਂ ਨਾਲ ਢਕੇ ਹੋਏ। ਗਲ 'ਚ ਲੋਹੇ ਦੇ ਚਿਮਟੇ ਵਾਲੀ ਪਿੱਤਲ ਦੀ ਗੜਵੀ ਤੇ ਮਿੱਟੀ ਦਾ ਫੁਲਤਰੂ ਕਰਮੰਡਲ ਵੀ ਘੜਿਆਂ ਲਾਗੇ ਪਏ ਸਨ। ਕੋਠੜੀ ਦੇ ਦੂਜੇ ਪਾਸੇ ਬਾਹਰ ਖਾਲੀ ਬੋਤਲਾਂ ਦਾ ਕੱਚ, ਮੀਟ ਦੀਆਂ ਚੂੰਡ ਚੂਸ ਕੇ ਸੁੱਟੀਆਂ ਹੱਡੀਆਂ ਥਾਂ ਪਰ ਥਾਂ ਖਿਲਰੀਆਂ ਪਈਆਂ ਸਨ। ਸਵਾਤ ਦੇ ਅੰਦਰ 2-3 ਮੰਜੀਆਂ ਤੇ ਜੁੱਬੜ ਰੱਖੇ ਸਨ। ਇਹ ਉਜਾੜ ਸੀ ਜਾਂ ਕੋਈ ਘਰ? ਮਾਹੀ ਨਿਰਣਾ ਨਾ ਕਰ ਸਕੀ। ਮਾਹੀ ਮੁੜ ਵਣ ਹੇਠਾਂ ਆ ਖਲੋਤੀ। ਕਹਿਰਾਂ ਵਾਲੀ ਰਾਤ ਦਾ ਡਰਾਵਣਾ ਦ੍ਰਿਸ਼ ਦਿਲ ਦਿਮਾਗ ਤੇ ਅੱਖਾਂ 'ਚ ਚਸਕਣ ਲੱਗਾ। ਆਪਣੇ ਚਸਕਦੇ ਅੰਗ ਪੈਰਾਂ ਵਾਂਗ ਕ੍ਰੋਧ ਨਫ਼ਰਤ ਦੀ ਹਨੇਰੀ ਵਗ ਚੱਲੀ। ਬਾਹਰ ਨੱਸ ਜਾਣ ਲਈ ਪੈਰ ਰੌਲੇ, ਪਰ ਭੱਜੀ ਨਾ। ਬਦਲੇ ਦੀ ਮੱਚਦੀ ਅੱਗ ਨੇ ਭੱਜਣ ਨਾ ਦਿੱਤਾ। ਹੁਣ ਦੌੜ ਕੇ ਜਾਂਦੀ ਵੀ ਹੋਰ ਕਿੱਥੇ? ਸਾਹਮਣੇ ਕੋਈ ਰਾਹ ਦਿਖਾਈ ਵੀ ਨਹੀਂ ਸੀ ਦੇ ਰਿਹਾ। ਮੱਦੀ ਆਇਆ, ਨਿੱਕੇ ਜਿਹੇ ਡੋਲੂ 'ਚ ਦੁੱਧ ਤੇ ਪਰਨੇ ਦੇ ਲੜ ਬੰਨਿਆ ਚਾਹ ਗੁੜ ਲੈ ਕੇ। ਘੜਿਆਂ ਪਾਸ ਕੱਚੀਆਂ ਇੱਟਾਂ ਰੱਖ ਕੇ ਬਣਾਏ ਚੁੱਲ੍ਹੇ 'ਚ ਅੱਗ ਬਾਲ ਕੇ ਚਾਹ ਰੱਖਦੀ। ਪਤੀਲੀ ਬਾਹਰੋਂ ਸਾਰੀ ਕਾਲੀ ਹੋਈ ਪਈ ਸੀ। ਕੋਈ ਪਛਾਣ ਨਹੀਂ ਸੀ ਆਉਂਦੀ ਵੀ ਪਿੱਤਲ ਦੀ ਹੈ ਜਾਂ ਹੋਰ ਕਾਸੇ ਦੀ। ਮਾਹੀ ਬਣ ਹੇਠੋਂ ਚੁੱਲ੍ਹੇ ਕੋਲ ਆ ਗਈ। ਹਾਲੇ ਵੀ ਆਲੇ ਦੁਆਲੇ ਨੂੰ ਵੇਖ ਸਮਝ ਰਹੀ ਸੀ। ਚਾਹ ਬਣ ਗਈ। ਮੱਦੀ ਕੋਠੜੀ 'ਚੋਂ ਮੰਜੀ ਕੱਢ ਲਿਆਇਆ ਤੇ ਬੈਠਣ ਦਾ ਇਸ਼ਾਰਾ ਕੀਤਾ। ਮਾਹੀ ਮੰਜੀ ਦੀ ਬਜਾਏ ਚੁੱਲ੍ਹੇ ਪਾਸ ਪਈ ਲੱਕੜ ਦੀ ਖਰਪਾੜ ਉੱਤੇ ਬੈਠ ਗਈ। ਨੀਵੀਂ ਪਾਈ ਡੱਕੇ ਨਾਲ ਧਰਤੀ ਤੇ ਲੀਕਾਂ ਖੁਰਚਣ ਲੱਗੀ। ਮੱਦੀ ਚਾਹ ਦੀ ਬਾਟੀ ਕੁੜੀ ਮੂਹਰੇ ਧਰ ਕੇ ਆਪ ਮੰਜੀ ਤੇ ਬੈਠ ਗਿਆ। ਕੀ ਨਾਮ ਹੈ ਤੇਰਾ? ਕਿਹੜਾ ਪਿੰਡ ਹੈ? 2 ਸਵਾਲ ਪੁੱਛੇ। ਮਾਹੀ ਖਾਨਮ। ਪਿੰਡ ਤੋਂ ਤੈਂ ਕੀ ਲੈਣਾ? ਮਾਹੀ ਦੇ ਗਲੇ 'ਚੋਂ ਖਰਵੇ ਬੋਲ ਮਸਾਂ ਨਿਕਲੇ। ਚੰਗਾ, ਚਾਹ ਪੀ ਹੁਣ, ਆਖ ਕੇ ਮੱਦੀ ਨੇ ਚਾਹ ਦੀ ਬਾਟੀ ਆਪਣੇ ਬੁੱਲਾਂ ਨਾਲ ਲਾ ਲਈ। ਫੂਕਾਂ ਮਾਰ ਚਾਹ ਸੁੜਾਕਣ ਲੱਗਿਆ। ਮਾਹੀ ਨੇ ਬਾਟੀ ਨੂੰ ਹੱਥ ਨਹੀਂ ਲਾਇਆ, ਉਵੇਂ ਬੈਠੀ ਰਹੀ। ਚਾਹ ਠੰਡੀ ਨਾ ਕਰ, ਚੁੱਪ ਕਰਕੇ ਸਿੱਧੀ ਹੋ ਕੇ ਪੀ ਲੈ, ਨਹੀਂ ਤਾਂ ਸਾਲੀ ਸੁੱਲੀ ਦੇਖ ਕਿਵੇਂ ਆਕੜ ਭਰਦੀ ਹੈ। ਆਖਦਾ ਕੋਠੜੀ ਦੇ ਲਾਗੇ ਪਏ ਲੱਕੜਾਂ ਛਿਟੀਆਂ ਦੇ ਢੇਰ ਪਿੱਛੇ ਲਗਭਗ ਓਝਲ ਹੋ ਗਿਆ। ਪਤਾ ਨਹੀਂ ਕੀ ਕਰਦਾ ਰਿਹਾ, ਮਿੱਟੀ ਵਾਲੇ ਹੱਥ ਝਾੜਦਾ। ਮਾਹੀ ਪਾਸ ਮੁੜ ਆਇਆ। ਚਾਹ ਦੀ ਬਾਟੀ ਉਵੇਂ ਪਈ ਵੇਖ ਕੇ ਗਰਜਿਆ, ਸਾਲੀ ਕੰਜਰਾਂ ਦੀ, ਇੱਥੇ ਐ ਨਹੀਂ ਚੱਲਣਾ। ਇੱਥੇ ਤੇਰੇ ਹਾੜੇ ਕੱਢਣ ਵਾਲਾ ਕੋਈ ਨਹੀਂ। ਸਿੱਧੀ ਹੋ ਕੇ ਬਹਿ, ਨਹੀਂ ਤਾਂ ਟਿੱਬੇ ਵਾਲੀ ਯਾਦ ਕਰ ਲੈ, ਉਹੀ ਹੋ। ਆਖਦਿਆਂ ਮੱਦੀ ਨੇ ਮਾਹੀ ਦੀ ਬਾਂਹ ਨੂੰ ਮਰੋੜਾ ਦੇ ਕੇ ਮੋਢੇ ਦਾ ਗੋਲੂਆ ਨਿਕਲਣ ਵਾਲਾ ਕਰਤਾ। ਤਕਲੀਫ ਨਾਲ ਮਾਹੀ ਨੇ ਚੰਗਿਆੜ ਮਾਰੀ। ਹੁਣ ਇੱਥੇ ਉਹਦੀ ਚੀਕ ਸੁਣਨ ਵਾਲਾ ਕੋਈ ਨਹੀਂ ਸੀ। ਬਾਗਲ ਦੇ ਬਾਹਰੋਂ ਕੁੰਡਾ ਲਾ ਕੇ ਮੱਦੀ ਚਲਾ ਗਿਆ। ਮਾਹੀ ਆਪਣੀ ਤਕਦੀਰ ਉੱਤੇ ਹੰਝੂ ਵਹਾਉਂਦੀ ਅੰਦਰ ਉਪਜੇ ਦੁੱਖ ਤੇ ਕ੍ਰੋਧ ਨਾਲ ਘੁਲਦੀ ਰਹੀ। ਕੀ ਕਰੇ ਕੀ ਨਾ। ਅਖੀਰ ਇੱਕ ਨਿਰਣਾ ਕਰਦੀ ਹੋਈ ਆਪਣੇ ਪੈਰਾਂ ਉੱਤੇ ਤਣ ਕੇ ਖਲੋ ਗਈ। ਫੈਸਲਾ ਕੀਤਾ, ਜ਼ਾਲਮਾਂ ਦਾ ਤੁਖਮ ਨਾਸ਼ ਕਰਨ ਤੱਕ ਇੱਥੇ ਹੀ ਰਹਿਣਾ, ਭਾਵੇਂ ਮਰਾਂ ਭਾਵੇਂ ਜੀਵਾਂ। ਸਹਿਜ ਹੋ ਕੇ ਬਾਟੀ 'ਚੋਂ ਠੰਡੀ ਚਾਹ ਦੀਆਂ ਘੁੱਟਾਂ ਭਰ ਲਈਆਂ। ਭੁੱਖ ਲੱਗੀ ਸੀ। ਕੋਠੜੀ 'ਚ ਪਏ ਪੀਪੇ ਕੁੱਜੇ ਫਰੋਲੇ। ਇੱਕ ਪੀਪੇ 'ਚ ਆਟਾ ਪਿਆ ਸੀ। ਸੁਸਰੀਆਂ ਵੱਧ ਸਨ, ਆਟਾ ਘੱਟ। ਲੋਹੇ ਦੇ 2 ਡੱਬਿਆਂ 'ਚ ਨਮਕ ਤੇ ਮਿਰਚਾਂ ਵੀ ਸਨ। ਆਟਾ ਧੁੱਪੇ ਸੁੱਕਣਾ ਪਾਤਾ। ਚੁੱਲ੍ਹੇ ਅੱਗ ਬਾਲ ਲਈ। ਧੁੱਪ ਦੇ ਸੇਕ ਨਾਲ ਸੁਸਰੀਆਂ ਨਿਕਲ ਗਈਆਂ। ਬਚਦੇ ਆਟੇ 'ਚ ਲੂਣ ਮਿਰਚ ਸੁੱਟ ਕੇ ਗਿੱਲੇ ਹੱਥਾਂ ਵਿੱਚ ਰੋਟੀਆਂ ਥੱਪ ਕੇ ਸਿੱਧੀਆਂ ਅੱਗ ਦੇ ਭਾਂਬੜ 'ਚ ਭੁੰਨ ਲਈਆਂ। ਪਾਣੀ ਦੀਆਂ ਘੁੱਟਾਂ ਨਾਲ ਬੁਰਕੀਆਂ ਲੰਘਾ ਕੇ ਢਿੱਡ
ਧੱਫੜ ਫੜ ਲਿਆ। ਚੁੱਲ੍ਹੇ ਦੀ ਭੁੱਬਲ ਨਾਲ ਆਪਣੇ ਅੰਦਰ ਬਲਦੇ ਭਾਂਬੜ ਦੱਬ ਲਏ। ਹੁਣ ਧੂੰਆਂ ਵੀ ਨਿਕਲਣੋਂ ਬੰਦ ਹੋ ਗਿਆ ਸੀ। ਦਿਨ ਛਿਪੇ ਮੱਦੀ ਮੁੜਿਆ, ਹੱਥ 'ਚ ਝੋਲਾ, ਬੋਰੀ ਸਿਰ ਤੇ ਚੱਕੀ ਹੋਈ, ਲਿਆ ਕੇ ਸਮਾਨ ਚੁੱਲ੍ਹੇ ਮੂਹਰੇ ਢੇਰੀ ਕਰਤਾ। ਚੁੱਲ੍ਹੇ ਚੌਂਕੇ ਲਈ ਨਿੱਕ ਸੁੱਖ, ਸੀਖਾਂ ਦੀਆਂ ਡੱਬੀਆਂ, ਸਰੋਂ ਦਾ ਤੇਲ, ਮਿੱਟੀ ਦਾ ਤੇਲ, ਲਾਲਟੈਨ ਵੀ ਸਮਾਨ ਇਉਂ ਲਿਆਂਦਾ ਜਿਵੇਂ ਕੋਈ ਕਬੀਲਦਾਰੀ 'ਚ ਘਸਿਆ ਪੂਰਾ ਹਿਸਾਬੀ ਕਿਤਾਬੀ ਲਿਆਉਂਦਾ ਹੁੰਦਾ। ਆਟੇ ਕੋਟੇ, ਸਣੇ, ਦਾਲਾਂ, ਪਰਦੇਸੀ ਘਿਓ ਦੀ ਪੀਪੀ, ਸਾਰਾ ਕੁਝ ਸੀ। ਜਦੋਂ ਬਾਹਰੋਂ ਮੁੜਦਾ ਆਉਂਦਾ ਹੋਇਆ ਕਦੇ ਕੁਝ ਲਈ ਆਉਂਦਾ। ਸਾਬਣ, ਸੱਲਾ ਤੇ ਜਨਾਨੇ ਸੂਟ ਵੀ ਲੈ ਆਇਆ। ਇਹ ਮਾਹੀ ਨੂੰ ਖੁਸ਼ ਰੱਖਣ ਲਈ ਕਰਦਾ ਸੀ ਜਾਂ ਆਪਣੀ ਰੋਟੀ ਪੱਕਦੀ ਕਰਨ ਦਾ ਲਾਲਚ? ਲੱਗਦਾ ਸੀ ਦੋਵੇਂ ਲਾਲਚ ਰਲੇ ਮਿਲੇ ਸੀ। ਵਣ ਦੀ ਖੱਡ ਉਹਦਾ ਆਪਣੀਆਂ ਕੀਮਤੀ ਚੀਜ਼ਾਂ ਰੱਖਣਾ ਸੀ। ਸ਼ਰਾਬ ਭਰਿਆ ਬਲੈਡਰ ਹਰ ਵੇਲੇ ਖੱਡ 'ਚ ਸਾਂਭਿਆ ਰਹਿੰਦਾ। ਖਾਲੀ ਹੋਣ ਤੋਂ ਪਹਿਲਾਂ ਦੂਜੇ ਦਾ ਬੰਦੋਬਸਤ ਕਰਕੇ ਰੱਖਦਾ ਸੀ। ਜਰ ਖਾਦਾ ਦੇਸੀ ਕੱਟਾ, ਪਿਸਤੌਲ ਇੱਥੇ ਹੀ ਸਾਂਭਿਆ ਹੁੰਦਾ। ਉਸ ਲਈ ਇਹੋ ਵਸਤਾਂ ਸਭ ਤੋਂ ਵੱਧ ਕੀਮਤੀ ਤੇ ਮਹੱਤਵਪੂਰਨ ਸਨ। ਟੁੱਟੇ ਵਾਣ ਵਾਲੀ ਮੰਜੀ ਵਣ ਹੇਠ ਸਥਾਈ ਰੂਪ 'ਚ ਡਾਈ ਰਹਿੰਦੀ। ਇਹੋ ਉਹਦਾ ਨਿੱਜੀ ਦੌਲਤਖਾਨਾ ਸੀ। ਅੱਜ ਉਹਨੇ ਥੋੜ੍ਹੀ ਦਾਰੂ ਪੀਤੀ, ਲਾਲਟੈਨ ਨੂੰ ਫੂਕ ਮਾਰ ਕੇ ਮਾਹੀ ਦੁਆਲੇ ਹੋ ਗਿਆ। ਮਾਹੀ ਮੰਨੀ ਨਾ, ਕੱਟਾ ਖੋੜ ਵਿੱਚੋਂ ਕੱਢ ਲਿਆਇਆ, ਛਾਤੀ ਤੇ ਰੱਖ ਕੇ ਕੱਪੜੇ ਪਾੜ ਕੇ ਨੰਗੀ ਕਰ ਲਈ। ਸਾਰੀ ਰਾਤ ਠੰਡੀ ਰਾਖ ਦੇਹ ਨਾਲ ਖੇ ਖਾਂਦਾ ਰਿਹਾ। ਉਹ ਦਿਨ ਸੁਆਹ ਦਿਨ, ਹਰ ਰਾਤ ਕਹਿਰ ਦੀ ਰਾਤ ਹੁੰਦੀ। ਪਿੰਡੇ ਤੋਂ ਲੈ ਕੇ ਰੂਹ ਤੱਕ ਦੀ ਮੌਤ ਹੁੰਦੀ। ਟਹਿਲੇ ਤੇ ਤਾਰੂ ਨੂੰ ਪਤਾ ਹੁੰਦਾ ਕਿ ਅੱਜ ਮੱਦੀ ਘਰ ਨਹੀਂ ਹੋਣਾ। ਰੋਟੀ ਪ੍ਰਸ਼ਾਦੇ ਛਕਣ ਦੇ ਬਹਾਨੇ ਆ ਜਾਂਦੇ। ਕਦੇ ਟਹਿਲਾ, ਕਦੇ ਤਾਰੂ। ਕਰੰਗਾਵਾੜੀ ਦੇ ਕੁੱਤਿਆਂ ਵਾਂਗ ਪਿੰਡਾਂ ਚੂੰਡ ਕੇ ਨਿਕਲ ਜਾਂਦੇ। ਮਾਹੀ ਖਾਨਮ ਦੀ ਕੋਠੇ ਦੀ ਰੰਡੀ ਵਰਗੀ ਹਾਲਤ ਹੋ ਗਈ। ਔਰਤ ਪਾਸ ਆਪਣੀ ਆਬਰੂ, ਸ਼ਰਮ, ਹਿਆ ਤੋਂ ਵੱਡਾ ਹੋਰ ਕੋਈ ਗਹਿਣਾ ਨਹੀਂ ਹੁੰਦਾ। ਸਭ ਕੁਝ ਲੁਟਾ ਕੇ ਪੂਰੀ ਕੰਗਾਲ ਹੋ ਗਈ ਸੀ। ਹੁਣ ਇਸ ਤੋਂ ਵੱਡਾ ਡਰ ਹੋਰ ਕਾਹਦਾ ਸੀ? ਇੱਕੋ ਸੋਚ ਲੈ ਕੇ ਧੁਖਦੀ ਰਹੀ। ਮਹੀਨੇ ਲੰਘ ਗਏ, ਠੀਕ ਮੌਕਾ ਪ੍ਰਾਪਤ ਨਾ ਹੋਇਆ ਤੇ ਠੋਸ ਯੋਜਨਾ ਨਾ ਬਣ ਸਕੀ। ਠੀਕ ਮੌਕਾ ਆਪੇ ਤਾਂ ਨਹੀਂ ਆਉਣਾ, ਬਣਾਉਣਾ ਪੈਣਾ। ਮਾਹੀ ਨੇ ਮੱਦੀ ਨਾਲ ਦੂਰੀ ਚਾਲ ਖੇਡਣੀ ਚਾਹੀ। ਚਲੱਤਰ ਵਰਤਿਆ। ਮੱਦੀ ਨੂੰ ਲੱਗਣ ਲੱਗਿਆ ਵੀ ਇਹ ਹੁਣ ਪੂਰੀ ਤਰ੍ਹਾਂ ਭਿੱਜ ਗਈ ਹੈ, ਪਸ਼ੂ ਪਾਲਤੂ ਹੋ ਚੱਲਿਆ, ਸਾਰੇ ਵੱਲ ਕੱਢ ਕੇ ਰੱਸੀ ਵਾਂਗ ਸਿੱਧੀ ਹੋ ਗਈ ਹੈ। ਮਾਹੀ ਉੱਪਰ ਵਿਸ਼ਵਾਸ ਕਰਨ ਲੱਗ ਪਿਆ। ਮਾਹੀ ਮੱਦੀ ਨੂੰ ਕੜਕੀ 'ਚ ਵਸਾਉਣ ਲਈ ਚਾਰੋਂ ਪਾਸਿਓਂ ਘੇਰਾ ਵਧਾ ਰਹੀ ਸੀ। ਲੁੱਟਣ ਵੇਲੇ ਤੇਰੀ ਵੰਡ 'ਚ ਆਈ ਸੀ, ਹੁਣ ਆਪਣਾ ਕਬਜ਼ਾ 2 ਹੋਰ ਤਗੜਿਆਂ ਨੂੰ ਦੇਤਾ। ਸ਼ਰਮ ਕਰ, ਕਿਹੋ ਜਿਹਾ ਮਰਦਾ ਤੂੰ? ਮੇਰੀ ਭੈਣ ਸਣੇ ਲੁੱਟ ਦਾ ਮਾਲ ਹੋਰਾਂ 'ਚ ਵੰਡ ਦਿੱਤਾ। ਤੇਰੇ ਕੋਲ ਤਾਂ ਮੈਂ ਹੀ ਆ ਤੇ ਤੂੰ ਉਹ ਵੀ ਵੰਡਤੀ। ਮੇਰਾ ਬਾਪੂ ਤੈਅ ਮਾਰਿਆ ਆਪਣੇ ਹੱਥਾਂ ਨਾਲ। ਕਾਹਦੇ ਖਾਤਰ? ਮੇਰੀ ਖਾਤਰ ਹੀ ਨਾ। ਰਾਜੀ ਰਹਿ ਚਾਹੇ ਗੁੱਸੇ। ਮੈਂ ਉਹਨਾਂ ਬਘਿਆੜਾਂ ਥੱਲੇ ਨਹੀਂ ਪੈ ਸਕਦੀ, ਤੈਨੂੰ ਦੱਸਦਾ। ਹਾਂ, ਆਪਣੀ ਆਵਾਜ਼ 'ਚ ਥੋੜਾ ਰੋਸਾ ਭਰਦਿਆਂ ਅੱਗੋਂ ਹੋਰ ਕਿਹਾ, ਤੈਨੂੰ ਵਰਤਦੇ ਨੇ ਸਾਰੇ। ਪਸਤੌਲੜੇ ਨਾਲ ਜ਼ੁਲਮ ਤੈਥੋਂ ਕਰਵਾਉਂਦੇ ਨੇ ਤੇ ਮਲਾਈਆਂ ਆਪ ਚੱਟਦੇ ਨੇ। ਲੱਗਦਾ ਤੇਰੀ ਜ਼ਮੀਰ ਮਰ ਗਈ ਹੈ। ਭਲਾ ਆਪਦੀ ਤੀਵੀਂ ਵੀ ਵੰਡਦਾ ਹੁੰਦਾ ਕੋਈ? ਪੈਸੇ ਚੀਜ਼ਾਂ ਦੀ ਤਾਂ ਗੱਲ ਛੱਡ ਪਰੇ। ਮੱਦੀ ਸੁਣੀ ਗਿਆ। ਕੰਨੀ ਪੈਂਦੇ ਬੋਲਾਂ ਦਾ ਹਰਖ ਜ਼ਹਿਰ ਬਣ ਕੇ ਸਰੀਰ 'ਚ ਘੁਲੀ ਗਿਆ। ਚਿਹਰਾ ਤਮਤਮਾ ਉੱਠਿਆ, ਮੁੱਠੀਆਂ ਮਿਚ ਗਈਆਂ। ਟਪੂਸੀ ਮਾਰ ਕੇ ਉੱਠਿਆ ਤੇ ਕੜਕ ਦਾ ਮੁੱਕਾ ਮਾਹੀ ਦੇ ਮੂੰਹ ਤੇ ਕੱਢ ਮਾਰਿਆ। ਬੇਧਿਆਨੀ ਮਾਹੀ ਅਚਾਨਕ ਪਏ ਮੁੱਕੇ ਦੇ ਜ਼ੋਰ ਨਾਲ ਪਛਾਲ ਡਿੱਗ ਪਈ। ਨੱਕ 'ਚੋਂ ਖੂਨ ਵਗ ਪਿਆ। ਕਿਵੇਂ ਧੰਦੜੇ ਲਾਉਂਦੀ ਹੈ ਕੁੱਤੀ ਕਿਤੋਂ ਦੀ, ਸਾਡੇ 'ਚ ਪਟਕ ਪਾਉਂਦੀ ਹੈ। ਮੈਂ ਤੇਰੀਆਂ ਚਾਲਾਂ ਨੂੰ ਸਭ ਸਮਝਦਾ। ਬੋਲਦਾ ਬੋਲਦਾ ਲੱਤਾਂ ਮੁੱਕਿਆਂ ਨਾਲ ਅੱਧਮਰੀ ਕਰਕੇ ਬਾਹਰ ਨਿਕਲ ਗਿਆ। ਮਾਹੀ ਦੀ ਚਾਲ ਉਲਟੀ ਪੈ ਗਈ ਤੇ ਆਪਣੇ ਹੱਡ ਵਾਧੂ 'ਚ ਸਕਿਆ ਬੈਠੀ। ਮੱਦੀ ਕਈ ਦਿਨ ਨਾ ਮੁੜਿਆ। ਟਹਿਲਾ ਤੇ ਤਾਰੂ ਵੀ ਨਹੀਂ ਆਏ। ਸੋਚਿਆ ਕਿਸੇ ਹੋਰ ਮਾਰ ਉੱਪਰ ਗਏ ਹੋਣਗੇ, ਕਿਸੇ ਹੋਰ ਵਿਦੋਸ਼ੀਆਂ ਦਾ ਕਤਲ ਕਰਨ, ਅਬਲਾ ਦੀ ਇੱਜ਼ਤ ਲੁੱਟਣ। ਦੇਰ ਰਾਤ ਗਈ ਮੱਦੀ ਮੁੜਿਆ, ਖਾਲੀ ਹੱਥ ਸੀ। ਕੋਈ ਅਸਲਾ, ਕੋਈ ਸਮਾਨ ਨਹੀਂ ਸੀ। ਬਣ ਹੇਠਾਂ ਮੰਜੀ ਉੱਪਰ ਲੱਤਾਂ ਲਮਕਾ ਕੇ ਬੈਠ ਗਿਆ। ਕਿੰਨੀ ਦੇਰ ਲੰਘ ਗਈ, ਮਾਹੀ ਨਾ ਆਈ। ਕੋਠੜੀ ਅੰਦਰ ਦੀਵਾ ਬੁਝਾਈ ਪਈ ਰਹੀ। ਮੱਦੀ ਅੰਦਰ ਆ ਕੇ ਮਾਹੀ ਦੀ ਕੰਡ ਉੱਪਰ ਹੱਥ ਫੇਰਨ ਲੱਗ ਪਿਆ। ਹੁਣ ਕਿਉਂ ਆਇਆ? ਆਪਣੇ ਹਿੱਸੇਦਾਰਾਂ ਨੂੰ ਭੇਜ ਦਿੰਦਾ। ਮਾਹੀ ਉੱਠ ਕੇ ਬੈਠ ਗਈ। ਮੱਦੀ ਨੂੰ ਮਾਹੀ ਦਾ ਗੁੱਸਾ ਵਾਜਬ ਲੱਗਿਆ। ਬੀਤੀ ਘਟਨਾ ਦਾ ਪਛਤਾਵਾ ਵੀ ਕੀਤਾ ਹੋਣਾ। ਅਸਲ 'ਚ ਮੱਦੀ ਕੋਲ ਪਿਆਰ ਵਰਗੀ ਚੀਜ਼ ਹੈ ਹੀ ਨਹੀਂ ਸੀ ਜਿਹਦਾ ਪ੍ਰਗਟਾਵਾ ਕਰਨ ਦਾ ਵੱਲ ਹੁੰਦਾ। ਕੇਵਲ ਜ਼ੋਰ ਜ਼ਬਰਦਸਤੀ ਕਰਨਾ ਸਿੱਖਿਆ ਸੀ। ਹੁਣ ਇਹੋ ਸੁਭਾਅ ਸੀ ਉਹਦਾ। ਚੱਲ ਹੁਣ ਜਾਣ ਵੀ ਦੇ, ਮਾਰ ਗੁੱਸੇ ਨੂੰ। ਅੱਗੇ ਤੋਂ ਕੁਛ ਨਹੀਂ ਆਖੂੰ ਤੈਨੂੰ। ਆਖ ਕੇ ਲਾਲਟਨ ਜਗਾ ਲਈ। ਚੁੱਲ੍ਹੇ 'ਚ ਅੱਗ ਬਾਲ ਕੇ ਪਾਣੀ ਦੀ ਪਤੀਲੀ ਉਬਲਣੀ ਧਰਤੀ। ਪਾਣੀ ਕਾਹਦੇ ਲਈ ਧਰਿਆ? ਦੁੱਧ ਤਾਂ ਹੈ ਨਹੀਂ, ਚਾਹ ਕਾਹਦੀ ਬਣਾਏਗਾ? ਸੋਚ ਕੇ ਮੱਦੀ ਛਿੱਥਾ ਜਿਹਾ ਪੈ ਗਿਆ। ਬਿਨਾਂ ਪੌਣੇ ਤੋਂ ਗਰਮਾ ਗਰਮ ਪਤੀਲੀ ਚੁੱਕਣ ਲੱਗਿਆ। ਪਤੀਲੀ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਘਰੋਂ ਨਿਕਲ ਗਈ। ਉਬਲਦਾ ਪਾਣੀ ਪੈਰਾਂ ਤੇ ਪੈ ਗਿਆ। ਮੌਰ ਤੇ ਓਏ ਰੱਬਾ ਆਖ ਕੇ ਖੜਾ ਹੋ ਗਿਆ। ਮਾਹੀ ਕੋਠੜੀ ਅੰਦਰੋਂ ਉਹਦੀਆਂ ਹਰਕਤਾਂ ਪਰਖ ਰਹੀ ਸੀ। ਬਾਹਰ ਆਈ।
ਕਰਮੰਡਲ ਪਾਣੀ ਦਾ ਭਰ ਲਿਆਂਦਾ ਧਾਰ ਬਣ ਕੇ ਮੱਦੀ ਦੇ ਪੈਰਾਂ ਤੇ ਪਾਉਣ ਲੱਗੀ। ਫੁਫੋਲਿਆਂ ਉੱਪਰ ਸ਼ੀਤਲ ਪਾਣੀ ਨੇ ਆਪਣਾ ਕੰਮ ਕੀਤਾ। ਥੋੜੀ ਚੈਨ ਚ ਆ ਕੇ ਮੱਦੀ ਨੇ ਮਾਹੀ ਨੂੰ ਦੋਹਾਂ ਮੋਢਿਆਂ ਤੋਂ ਫੜ ਕੇ ਖੜੀ ਕਰ ਲਿਆ। ਜੱਫੀ ਚ ਲੈਣ ਦੀ ਕੋਸ਼ਿਸ਼ ਕੀਤੀ। ਮਾਹੀ ਨੇ ਅਜਿਹਾ ਨਹੀਂ ਕਰਨ ਦਿੱਤਾ। ਛਿਟਕ ਕੇ ਪਰੇ ਹਟ ਗਈ। ਉਜੜਿਆ ਉਖੜਿਆ, ਹੁਣ ਤੈਨੂੰ ਕਾਹਦਾ ਹੇਜ ਆਉਂਦਾ? ਪੱਥਰ ਦਿਲਾ, ਤਕੜਾਈਆਂ ਕਰਨ ਜਾਣਦਾ। ਤੈਨੂੰ ਕੀ ਪਤਾ ਹਮਦਰਦੀ ਪਿਆਰ ਕੀ ਹੁੰਦਾ? ਮੇਰੇ ਨਾਲ ਕਦੇ ਕਿਸੇ ਨੇ ਪਿਆਰ ਹਮਦਰਦੀ ਕੀਤੀ ਹੋਵੇ ਤਾਂ ਤੈਨੂੰ ਪਤਾ ਹੋਵੇ। ਮੈਂ ਕੌਣ ਆ, ਕਿੱਥੋਂ ਆ, ਮੈਨੂੰ ਜੰਮਣ ਵਾਲੇ ਕੌਣ ਨੇ, ਕੁਛ ਵੀ ਤਾਂ ਨਹੀਂ ਪਤਾ। ਬਸ ਆਹ ਘਰ ਹੈ ਮੇਰੇ ਕੋਲ ਜਿਹਨੂੰ ਮੈਂ ਜਾਣਦਾ। ਜਾਣਦਾ ਮੈਂ ਆਪਣੇ ਯਾਰਾਂ ਨੂੰ। ਉਹ ਵੀ ਅੱਜ ਤੋਂ ਬਾਅਦ ਤੇਰੀ ਹਵਾ ਕੰਨੀ ਨਹੀਂ ਝਾਕਣਗੇ। ਚੰਗਾ ਕੀਤਾ ਤੈਂ ਮੇਰੇ ਕੰਨ ਖੋਲ ਤੇ। ਮੱਦੀ ਇੰਨਾ ਕੁਛ ਇਸ ਲਈ ਬੋਲ ਗਿਆ ਕਿਉਂਕਿ ਅੱਜ ਉਹ ਸੋਫੀ ਸੀ, ਕਿਸੇ ਨਸ਼ੇ ਅਧੀਨ ਨਹੀਂ ਸੀ। ਪਰ ਇੱਕ ਗੱਲ ਦਾ ਖਿਆਲ ਰੱਖੀ, ਉਹ ਮੇਰੇ ਯਾਰ ਨੇ, ਯਾਰ। ਅਸੀਂ ਆਪਸ 'ਚ ਜੋ ਮਰਜ਼ੀ ਕਰੀਏ, ਤੂੰ ਟੰਗ ਨਹੀਂ ਉਡਾਉਣੀ ਵਿੱਚ, ਸਮਝ ਗਈ ਨਾ? ਮੱਦੀ ਨੇ ਅਧੂਰੀ ਗੱਲ ਪੂਰੀ ਕੀਤੀ। ਸਾਰਾ ਪਛਤਾਤਾਪ ਤੇ ਸੁਲਹ ਵਕਤੀ ਸੀ। ਬਾਂਸ ਕੁਹਾੜਾ ਹੋ ਹੀ ਰਿਹਾ। ਮਾਹੀ ਮੱਦੀ ਹੋਰਾਂ ਵੱਲੋਂ ਦਿੱਤੇ ਦੁੱਖਾਂ ਨੂੰ ਕਿਵੇਂ ਭੁੱਲ ਸਕਦੀ ਸੀ? ਨਾ ਮੱਦੀ ਆਪਣੀਆਂ ਬਹਿਵਤਾਂ ਉੱਪਰ ਕਾਬੂ ਪਾ ਸਕਦਾ ਸੀ। ਤਾਰੂ ਟਹਿਲੇ ਤੋਂ ਦੂਰੀ ਜ਼ਰੂਰ ਬਣ ਗਈ, ਭਾਵੇਂ ਕਦੇ ਕਦਾਈ ਆਉਂਦੇ। ਦਾਰੂ ਦਾ ਦੌਰ ਚੱਲਦਾ, ਪਿਛਲੀਆਂ ਕੀਤੀਆਂ ਬਹਾਦਰੀਆਂ ਦੀ ਸ਼ੇਖੀ ਮਾਰਦੇ ਤੇ ਤੁਰ ਜਾਂਦੇ। ਮਾਹੀ ਵੱਲ ਝਾਕਣ ਤੱਕ ਦੀ ਹਿੰਮਤ ਨਾ ਕਰਦੇ। ਤਾਰੂ ਨੂੰ ਪਤਾ ਸੀ ਕਿ ਉਸ ਕੋਲ ਕਿਸੇ ਖੈਰ ਹੱਥੇ ਨੇ ਤਾਂ ਨਹੀਂ ਆਉਣਾ। ਉਹਦਾ ਮਿੱਤਰ ਕਾਹਦਾ ਹੋਇਆ ਜਿਹੜਾ ਸ਼ਰੀਫ ਹੋਵੇ? ਅਖੇ ਇਹਨਾਂ ਠੂਹਿਆਂ ਚੋਂ ਕਿਹੜਾ ਭਲਾ ਮਾਨਸ ਹੈ ਜਿਹਦੀ ਮਰਜ਼ੀ ਪੂੰਛ ਨੂੰ ਹੱਥ ਲਾ ਕੇ ਦੇਖ ਲੈ। ਡੰਗ ਮਾਰਨ 'ਚ ਸਾਰੇ ਇੱਕੋ ਜਿਹੇ ਨੇ। ਹੁਣ ਮਾਹੀ ਪਾਸ ਕੋਈ ਸਿੱਧਾ ਨਾ ਜਾਵੇ, ਬਾਹਰੋਂ ਬਾਹਰ ਮੁੜ ਜਾਵੇ। ਇਸ ਲਈ ਵਾਗਲ ਦੇ ਬੀਹੀ ਵਾਲੇ ਖੂੰਜੇ 'ਚ 4 ਲੱਕੜਾਂ ਕੱਢ ਕੇ ਸਰਕੜੇ ਦੀ ਛੱਪਰੀ ਪਾ ਲਈ। ਯਾਰਾਂ ਲਈ ਸ਼ੀਸ਼ ਮਹਿਲ ਬਣ ਗਿਆ ਤੇ ਵਣ ਦੀ ਛਤਰੀ ਉਹਦਾ ਪ੍ਰਾਈਵੇਟ ਅੱਡਾ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ। ਅੰਗ 6ਵਾਂ। ਸਾਹਿਬ ਸਿੰਘ ਜਦੋਂ ਬੋਤੀ ਤੇ ਤੰਗ ਕੱਸ ਕੇ ਜਾਣ ਲਈ ਤਿਆਰ ਹੋ ਜਾਂਦਾ ਤਾਂ ਜਲਕੁਰ ਦਾ ਮੱਥਾ ਠਣਕਦਾ। 4 ਚਫੇਰਿਓਂ ਲੁੱਟਾਂ ਕੋਹਾਂ ਵੱਡਾ ਕੱਟੀ ਦੀਆਂ ਉੱਡਦੀਆਂ ਹਵਾਈਆਂ ਸੁਣ ਕੇ ਡਰ ਜਾਂਦੇ। ਚਾਦਰੇ ਦੀ ਡੱਬ 'ਚ ਕੁਝ ਟੰਗਿਆ ਹੁੰਦਾ ਜਿਹਨੂੰ ਬਾਰ-ਬਾਰ ਹੱਥ ਮਾਰ ਕੇ ਟੋਂਦਾ। ਝੜਕਈਆਂ ਦੇ ਕੰਮ ਆਉਣ ਵਾਲਾ ਦਾਅ ਵਰਗਾ ਹਥਿਆਰ ਪਰਨੇ ਦੇ ਕਮਰ ਕੱਸੇ 'ਚ ਸੱਜੀ ਵੱਖੀ ਵਾਲੇ ਪਾਸੇ ਟੰਗ ਲੈਂਦਾ। ਦੇਖਣ ਨੂੰ ਇੰਨ ਬਿੰਨ ਡਾਕੂ ਲੱਗਦਾ। ਜਲਕੁਰ ਦਾ ਡਰ ਸਹੀ ਸੀ। ਜੇ ਇਹ ਕਿਸੇ ਨੂੰ ਮਾਰਦਾ ਹੋਇਆ ਤਾਂ ਵੀ ਬੁਰਾ ਸੀ, ਤੇ ਜੇ ਕਿਸੇ ਨੇ ਇਹਨੂੰ ਮਾਰਤਾ ਤਾਂ ਇਹ ਤੋਂ ਵੀ ਮਾੜਾ। ਬਾਹਰ ਗਿਆ ਜਦੋਂ ਤੱਕ ਵਾਪਸ ਨਾ ਮੁੜਦਾ, ਤਪਦੀ ਰਿੱਝਦੀ ਜਲਕੁਰ ਬੀਹੀ ਦਾ ਬਾਰ ਖੁੱਲਣ ਦੀਆਂ ਬਿੜਕਾਂ ਲੈਂਦੀ, ਜਾਗਦੀ ਰਹਿੰਦੀ। ਪੈਰ ਰਹਿੰਦੀ ਰਾਤ ਨੂੰ ਬਾਰ ਦੇ ਤਖਤਿਆਂ ਨੂੰ ਜ਼ੋਰਦਾਰ ਧੱਕਾ ਵੱਜਿਆ ਤੇ ਬੋਤੀ ਉੱਪਰ ਚੜਿਆ ਚੜਾਇਆ ਸਾਬੀ ਅੰਦਰ ਆ ਗਿਆ। ਬੋਤੀ ਉੱਪਰ ਸੁੱਟੀ ਤੀਵੀਂ ਨੂੰ ਲਾਹ ਕੇ ਜੱਫੇ 'ਚ ਲੈ ਕੇ ਜੰਡ ਤੇ ਨਿੰਮ ਦੇ ਜੌੜੇ ਦਰਖਤਾਂ ਹੇਠ ਪਈ ਮੰਜੀ 'ਚ ਸੁੱਟਤਾ। ਜਲ ਕੌਰ ਦਾ ਦਿਲ ਤੱਕ ਤੱਕ ਕਰਨ ਲੱਗਾ। ਵੇ ਮਰੀ ਦੇ ਜਾਣਿਆ, ਇੱਕ ਕਾਰਾ ਕਰ ਲਿਆ ਐ। ਜੱਲੋ ਦਾ ਬੋਲ ਮਸਾਂ ਨਿਕਲਿਆ। ਕਾਰਾ ਨਹੀਂ ਬੇਬੇ, ਤੀਵੀਂ ਲਿਆਇਆ, ਤੀਵੀਂ ਤੇਰੇ ਵਾਸਤੇ। ਆ ਲੈ ਬਹੂ ਲਿਆਤੀ। ਡਿੱਗਿਆ ਪਿਆ ਹੀਰਾ ਥਿਆ ਗਿਆ ਕਿਧਰੋਂ। ਲੁੱਟ ਮੌਜਾਂ ਹੁਣ ਇਹਦੇ ਨਾਲ। ਮੁਸ਼ਕਾਂ ਖੋਲ ਕੇ ਮੁੱਦੀ ਪਈ ਤੀਵੀਂ ਨੂੰ ਪਲਟਾ ਕੇ ਸਿੱਧੀ ਕਰਤਾ। ਬੇਹੋਸ਼ ਪਈ ਮੇਰ ਗੁੱਲ ਦੀਆਂ ਗੱਲਾਂ ਉੱਪਰ ਥਪਕੀਆਂ ਮਾਰਦਾ ਜਗਾਉਣ ਲੱਗਾ। ਮੇਰ ਨੇ ਅੱਖਾਂ ਖੋਲੀਆਂ ਤੇ ਹੂੰ ਜਿਹੀ ਹੂੰਗਰ ਮਾਰਦੀ ਝਾਕਣ ਲੱਗ ਪਈ। ਦੇਖ ਕੇ ਜਲਕੁਰ ਦੇ ਸਾਹ ਮੁੜਾਏ। ਜਿਉਂਦੀ ਹੈ, ਉਸ ਲਈ ਇਹ ਗੱਲ ਵੱਡੀ ਸੀ। ਸਾਬੀ ਨੇ ਬੋਤੀ ਕਿੱਕਰ ਹੇਠਲੀ ਮੁੰਨੀ ਉੱਪਰ ਬੰਨ੍ਹਤੀ ਤੇ ਛਿਟੀਆਂ ਦੇ ਕੁੰਨੂ ਹੇਠ ਉਤਾਂ ਕਰਨ ਲੱਗਾ। ਜਲਕੁਰ ਨੇ ਪਰਾਂ ਵਿਹੜੇ 'ਚ 2 ਮੰਜੀਆਂ ਘੜੀਸ ਲਿਆਂਦੀਆਂ। ਤੀਵੀਂ ਨੂੰ ਇੱਕ ਮੰਜੀ ਤੇ ਲਟਾ ਕੇ ਦੂਸਰੇ ਤੇ ਆਪ ਟੇਢੀ ਹੋ ਗਈ। ਮੇਰ ਕੁਝ ਬੁੜਬੁੜਾਉਣ ਦੀ ਮੱਧਮ ਆਵਾਜ਼ ਕੱਢਦੀ ਪਾਸਾ ਪਰਤਦੀ ਰਹੀ। ਨਵਾਂ ਦਿਨ ਚੜ੍ਹ ਆਇਆ। ਉਵੇਂ ਜਾਗਦੀਆਂ ਪਈਆਂ ਰਹੀਆਂ। ਦੋਹਾਂ 'ਚ ਉੱਠ ਖਲੋਣ ਦੀ ਹਿੰਮਤ ਨਹੀਂ ਸੀ। ਜਲਕੁਰ ਵਾਗਰੂ ਆ ਕੇ ਉੱਠੀ, ਧਰਤੀ ਨੂੰ ਹੱਥ ਲਾ ਕੇ ਨਿਸ਼ਕਾਰਿਆ। ਸਿਰ ਦੀ ਚੁੰਨੀ ਦਾ ਲੜ ਅੱਖਾਂ ਬੰਦ ਕਰਕੇ ਲੇਟੀ ਕੁੜੀ ਦੇ ਚਿਹਰੇ ਉੱਪਰ ਫੇਰਿਆ। ਕਿੰਨੀ ਦੇਰ ਨਿਹਾਰਦੀ ਰਹੀ। ਲੱਗਿਆ ਜਿਵੇਂ ਚੜ੍ਹਦੇ ਸੂਰਜ ਦੀ ਟਿੱਕੀ ਨੇ ਉਹਦੇ ਅੰਦਰ ਰੁਸ਼ਨਾ ਦਿੱਤਾ ਹੋਵੇ। ਖੂਹੀ ਵਿੱਚੋਂ ਪਾਣੀ ਦਾ ਡੋਲੂ ਭਰ ਕੇ ਖਿੱਚਿਆ। ਕੁਝ ਪਾਣੀ ਮੂੰਹ ਤੇ, ਕੁਝ ਪੈਰਾਂ ਉੱਪਰ ਡੋਲ ਕੇ ਚੌਂਤਰੇ ਉੱਪਰ ਮੁੜ ਆਈ। ਚਾਹ ਬਣਾ ਕੇ 2 ਬਾਟੀਆਂ 'ਚ ਪਾ ਲਿਆਈ। ਧੀਏ ਉੱਠ ਆਖ ਕੇ ਕੁੜੀ ਨੂੰ ਬੈਠਿਆਂ ਕਰ ਲਿਆ। ਪਾਣੀ ਆਖਦਿਆਂ ਮੇਰ ਮੰਜੀ ਦੇ ਚੁਫੇਰੇ ਨਜ਼ਰਾਂ ਘੁਮਾਉਣ ਲੱਗ ਪਈ। ਕਿੱਥੇ ਆ ਗਈ ਹੈ? ਉਹ ਜਗ੍ਹਾ ਦਾ ਨਿਰੀਖਣ ਕਰ ਰਹੀ ਸੀ। ਜਲਕੁਰ ਨੇ ਆਪਣੇ ਹੱਥਾਂ ਨਾਲ ਪਾਣੀ ਦਾ ਗਲਾਸ ਮੂੰਹ ਨਾਲ ਲਾਤਾ। ਹਬੜਿਆਂ ਵਾਂਗ ਟੁੱਟ ਕੇ ਪੈ ਗਈ ਪਾਣੀ ਤੇ। ਠੰਡਾ ਹੌਕਾ ਭਰ ਕੇ ਗੋਡੇ ਇਕੱਠੇ ਕਰਕੇ ਬੈਠ ਗਈ। ਜਲਕੁਰ ਨੇ ਪਿੱਠ ਤੇ ਹੱਥ ਫੇਰਦਿਆਂ ਪਿਆਰ ਜਤਾਉਣ ਦਾ ਯਤਨ ਕੀਤਾ। ਮੇਰ ਨੂੰ ਚੰਗਾ ਜਿਹਾ ਲੱਗਿਆ, ਜਿਵੇਂ ਤਪਦੇ ਪਿੰਡੇ ਤੇ ਕੋਈ ਬਰਫ਼ ਦੀ ਪੱਟੀ ਰੱਖ ਦੇਵੇ। ਚਾਹ ਵੀ ਪੀ ਲਈ।
मैं जलकौर हाँ, साबी दी बेभाग मां। जलकौर ने दूर निम हेठ पए साहब सिंह वल झाकदियां दस्सिया। जा पहलां कोई तो नहा लै, किवें पिंडा चिप चिप करदा, फिर गल्लां करांगे। आख के बाहों फड़ के खूही तक छड्ड आई। खूही दे कंध कन्नी वाले पासे परदे च बाल्टी गड़बी रखती। वापस आके कोठड़ी च पए संदूक चों अपनी जवानी पारे दा साਂਭ के रखिया सूट दुपट्टा कढिया, मेर नूं फड़ा आई। लै ਇਹ कपड़े पा लै, आ मैले कपड़े इत्थे रख आई, मगरों धो लांगे। मेर ने उवें ही कीता, कोई हुज्जत ना कर सकी। जल्लो अपने कंमां च रुझ गई। मद्दी तारू ते टहला आए। ओए उठ जाग, हाले सुत्ता ही पिया, छेती उठ चलीए किधरे। हुण किधर जाना है, तुसी हो आओ। मैं नहीं जा सकदा, आके फिर लम्मा पै गया। आड़ी बुड़बुड़ करदे मुड़ गए। चंगा चलदा, बैठो कुछ चिर, आके मुंह हाथ धोता, कपड़े बदले, तैयार हो गया। वे रोटी टुक तां खा जा, बाहर केड़ा पूड़े धरे पए ने। जलकौर हाका मारदी रही। बाहर बथेरे पूड़े, आके तुरदे लगे। जलकौर सिर पिट के रह गई। साबी 3-4 दिन ना मुड़िया। जलकौर अपने पुੱਤ ਦੇ ਮਾੜੇ ਲੱਛਣਾਂ ਤੋਂ ਭਾਰੀ ਫਿਕਰਮੰਦ ਸੀ, ਪਰ ਡਰਦੀ ਕੁਝ ਕਹਿ ਨਹੀਂ ਸੀ ਸਕਦੀ। ਜੇ ਗੁੱਸਾ ਖਾ ਕੇ ਕਿਧਰੇ ਮਰ ਖੱਪ ਗਿਆ ਤਾਂ ਡਰ ਡਰ ਕੇ ਦਿਨ ਕੱਟ ਰਹੀ ਸੀ। ਅੱਜ ਦੀ ਘਟਨਾ ਨੇ ਜੱਲੋ ਨੂੰ ਸ਼ਸ਼ੋ ਪੰਚ ਪਾ ਦਿੱਤਾ। ਇਹਨੂੰ ਚੰਗੀ ਆਖੇ ਜਾਂ ਬੁਰੀ, ਗੱਲ ਤਾਂ ਬੁਰੀ ਲੱਗੀ, ਪਰ ਜਲਕੌਰ ਨੂੰ ਆਪਣੇ ਘਰ ਦੇ ਭਵਿੱਖ ਲਈ ਲਾਜਵੰਤੀ ਵਰਗੀ ਚੂਈ ਮੋਈ ਜਿਹੀ ਕੁੜੀ ਚਾਨਣ ਦੀ ਦੁੱਧ ਰੰਗੀ ਕਿਰਨ ਦਿਖਾਈ ਦਿੱਤੀ। ਸ਼ਾਇਦ ਇਹੋ ਘਰ ਦਾ ਚਾਨਣ ਹੋਵੇ, ਘਰ ਦਾ ਭਾਗ ਹੋਵੇ। ਕਾਸ਼ ਅਜਿਹਾ ਹੋ ਜਾਏ। ਇਸੇ ਲਾਲਚ ਦੇਣ ਆਈ ਜੱਲੋ ਸਾਬੀ ਨੂੰ ਦੁਰਫਿੱਟੇ ਮੂੰਹ ਨਾ ਆਖ ਸਕੀ। ਕੁੜੀ ਦਾ ਦਰਦ ਸੁਣਿਆ, ਆਪਣਾ ਦਰਦ ਦੱਸਿਆ। ਕੋਈ ਗੱਲ ਨਹੀਂ, ਮੁਸਲਮਾਨ ਕਿਹੜਾ ਰੱਬ ਦੇ ਬੰਦੇ ਨਹੀਂ ਹੁੰਦੇ, ਜੱਟ ਕਿਹੜਾ ਕਿਤੋਂ ਹੋਰ ਉਤਰੇ ਹੁੰਦੇ ਐ। ਤੀਵੀਂ ਤਾਂ ਤੀਵੀਂ ਹੁੰਦੀ ਆ, ਉਹਦਾ ਕੋਈ ਜਾਤ ਗੋਤ ਨਹੀਂ ਹੁੰਦਾ। ਜਿਹਦੇ ਘਰ ਜਾ ਟਿਕੀ ਉਹੀ ਉਹਦਾ ਧਰਮ। ਮਰਦ ਦੇ ਨਾਂ ਨਾਲ ਜੁੜ ਜਾਂਦੀ ਆ ਵਿਚਾਰੀ, ਬੱਚੇ ਜੰਮਣ ਵਾਲੀ ਮਸ਼ੀਨ, ਘਰ ਦਾ ਗੋਲਾ ਧੰਦਾ ਕਰਨ ਵਾਲੀ ਅਖੌਤੀ ਘਰ ਵਾਲੀ। ਜੱਲੋ ਖੁਦ ਆਪਣੇ ਆਦਮੀ ਤੋਂ ਅੰਤਾਂ ਦੀ ਸਤਾਈ ਹੋਈ ਇਸਤਰੀ ਸੀ। ਬੜੇ ਸੰਤਾਪ ਹਟਾਏ ਸਨ ਉਹਨੇ ਕਪੂਰ ਸਿੰਘ ਦੇ ਘਰ ਜਾ ਕੇ। ਬੰਦਾ ਨਾ ਬੰਦਿਆਂ ਦਾ ਵਰਗ, ਸਮਗਾ ਜਵਾਕ ਵੀ ਹੱਥੋਂ ਕੱਢਦਾ। ਮੇਰ ਤੇ ਜਲਕੌਰ ਥੋੜੀ ਥੋੜੀ ਵਿੱਥ ਪਾ ਕੇ ਇੱਕ ਦੂਜੇ ਦੀ ਕਹਾਣੀ ਸੁਣਦੀਆਂ ਸੁਣਾਉਂਦੀਆਂ ਰਹੀਆਂ। ਜੱਲੋ ਚ ਵਿਚਾਲੇ ਗਾਂ ਨੂੰ ਕੱਖ ਇਕੱਠਾ ਪਾਉਣ, ਰੋਟੀ ਟੁੱਕ ਲਈ ਚੁੱਲ੍ਹਾ ਚੌਂਤਰਾ ਸਾਂਭਣ ਲੱਗ ਜਾਂਦੀ। ਵੇਲੀ ਹੋ ਕੇ ਮੇਰ ਦੀ ਰਾਮ ਕਹਾਣੀ ਸੁਣਦੀ। ਅੰਦਰੋਂ ਦੁੱਖ ਨਾਲ ਭਰੀ ਮੇਰ ਨੇ ਟਿੱਬੇ ਵਾਲੀ ਘਟਨਾ ਦਾ ਪੂਰਾ ਕਾਂਡ ਦੁਹਰਾਤਾ। ਸਾਹਿਬ ਸਿੰਘ ਕੋਈ ਛੋਟਾ ਮੋਟਾ ਕਾਰਾ ਕਰਕੇ ਮੇਰ ਗੁੱਲ ਨੂੰ ਨਹੀਂ ਲੈ ਆਇਆ ਸੀ। ਉਹਦੇ ਬਾਪੂ ਤੇ ਨਿੱਕੇ ਵੀਰ ਦਾ ਬੇਰਹਿਮੀ ਨਾਲ ਕਤਲ ਕਰਕੇ ਤੋਪੜੇ ਦੀ ਨੋਕ ਉੱਪਰ ਉਹਦਾ ਹਰਨ ਕਰਕੇ ਲਿਆਂਦਾ ਸੀ। ਖੋਹ ਕੇ ਲਿਆਂਦੀ ਚੀਜ਼ ਸੀ। ਇਸ ਕੰਮ ਲਈ ਉਹਨੂੰ ਆਪਣੀ ਕਰਨੀ ਉੱਤੇ ਮਾਣ ਸੀ ਤੇ ਬਾਹੂਬਲ ਉੱਪਰ ਹੰਕਾਰ। ਵਕਤ ਤੇ ਰੱਬ ਨੂੰ ਟਿੱਚ ਸਮਝਣ ਵਾਲਾ ਸਮੇਂ ਦੀ ਰਮਜ਼ ਵੀ ਨਹੀਂ ਪਛਾਣ ਸਕਦਾ। ਜਦੋਂ ਉੱਚੇ ਅਸਮਾਨ ਉੱਪਰ ਡਿੱਗਦਾ ਹੈ ਤਾਂ ਰਾਹ 'ਚ ਕਿਸੇ ਖਜੂਰ ਤੇ ਨਹੀਂ ਅੜਕਦਾ, ਧੁਰ ਹੇਠਾਂ ਰਸਾਤਲ 'ਚ ਗਰਕ ਜਾਂਦਾ ਹੈ। ਜਲਕੌਰ ਨੇ ਅਜਿਹੀਆਂ ਅਧਿਆਤਮਕ ਗੱਲਾਂ ਉਮਰ ਦੇ ਤਜਰਬੇ 'ਚੋਂ ਸੁਣ ਰੱਖੀਆਂ ਸਨ। ਮੇਰ ਗੁਲ ਖੁਦ ਮਾਸਟਰ ਦੀ ਧੀ ਸੀ, ਥੋੜਾ ਬਹੁਤ ਪੜ੍ਹਨਾ ਲਿਖਣਾ ਵੀ ਜਾਣਦੀ ਸੀ। ਸੌਂਦੀ ਨਹੀਂ ਬਹਾਰ ਕਦੀ, ਜੇ ਨੀਲੋ ਫਰ ਨਾ ਹੱਸੇ। ਪਾਠ 7ਵਾਂ। ਕੇਵਲ ਦੁੱਖਾਂ ਭਰੀਆਂ ਬਾਤਾਂ ਪਾ ਕੇ ਕਿਸੇ ਦਾ ਵਿਸ਼ਵਾਸ ਬਹਾਲ ਨਹੀਂ ਕੀਤਾ ਜਾ ਸਕਦਾ। ਦਿਲੀ ਜਾਣ ਪਛਾਣ ਲਈ ਲੰਬੀ ਪਰਖ ਦੀ ਲੋੜ ਹੁੰਦੀ ਹੈ। ਇੰਨੇ ਥੋੜੇ ਸਮੇਂ 'ਚ ਮੇਰ ਲਈ ਕੋਈ ਨਿਰਣਾ ਲੈਣਾ ਔਖਾ ਸੀ। ਉਹ ਸਾਬੀ ਨੂੰ ਕਦੀ ਮਾਫ ਨਹੀਂ ਕਰ ਸਕਦੀ ਸੀ। ਇਸ ਘਰ 'ਚ ਰਹਿਣਾ ਨਹੀਂ ਸੀ ਚਾਹੁੰਦੀ। ਜੇ ਰਹਿਣਾ ਪੈ ਵੀ ਜਾਏ ਤਾਂ ਇਸ ਸਾਬੀ ਦੇ ਬੱਚੇ ਦਾ ਤੁਖਮ ਮਿਟਾ ਕੇ ਬਦਲਾ ਲੈਣ ਦੀ ਭਾਵਨਾ ਦੇ ਭਾਂਬੜ ਹੀ ਮਚ ਰਹੇ ਸਨ। ਹਾਂ, ਜਲਕੌਰ ਦੇ ਚੰਗੇ ਵਰਤਾਰੇ ਦਾ ਅਸਰ ਜ਼ਰੂਰ ਹੋਇਆ, ਜਿਸ ਕਾਰਨ ਉਹ ਅੱਖ ਬਚਾ ਕੇ ਭੱਜ ਵੀ ਨਾ ਸਕੀ। ਜਲਕੌਰ ਉੱਪਰ ਵੀ ਉਹਨੂੰ ਤਰਸ ਆਇਆ। ਵਿਚਾਰੀ ਦੁਖੀ ਪਤਨੀ, ਦੁਖਿਆਰੀ ਮਾਂ ਸੀ। ਜਲਕੌਰ ਦਾ ਅੱਖਾਂ ਨਾ ਮੁੜਿਆ। ਐ ਭੁੱਖੀ ਕਿੰਨਾ ਚਿਰ ਰਹੇਂਗੀ? ਇਹ ਦੁੱਖ ਜਾਣ ਵਾਲੇ ਤਾਂ ਨਹੀਂ, ਹੁਣ ਕਿਹੜਾ ਗਿਆ ਨੇ ਮੁੜ ਆਉਣਾ। ਜਲਕੌਰ ਦੇ ਸਮਝਾਉਣ ਤੇ 4 ਬੁਰਕੀਆਂ ਮੂੰਹ ਅੰਦਰੋਂ ਲੰਘਾ ਲੈਂਦੀ। ਸਾਹਿਬ ਸਿੰਘ ਪਹਿਰ ਰਾਤ ਗਈ ਤੋਂ ਘਰ ਆਇਆ। ਲੁੱਟ ਦਾ ਸਮਾਨ ਸੱਲਾ ਸਾਂਭਣ ਤੋਂ ਬਾਅਦ ਉਸੇ ਟੁੱਟੀ ਮੰਜੀ ਤੇ ਢੇਰ ਹੋ ਗਿਆ। ਥੋੜੀ ਦੇਰ ਬਾਅਦ ਘੁਰਾੜੇ ਮਾਰਨ ਲੱਗ ਪਿਆ। ਪਿਆ ਰਹਿਣ ਦੇ ਆਖ ਕੇ ਜਲਕੌਰ ਵੀ ਘੇਸਲ ਵੱਟ ਗਈ। ਰੋਜ਼ ਦਾ ਇਹੋ ਕਿੱਤਾ ਸੀ। ਜਲਕੌਰ ਉਹਦੀ ਆਦੀ ਹੋ ਗਈ ਸੀ। ਸਵੇਰੇ ਉੱਠਿਆ, ਚਾਹ ਪੀਵੇਂਗਾ? ਜਲਕੌਰ ਨੇ ਪੁੱਛਿਆ। ਨਹੀਂ। ਪਹਿਲਾਂ ਉਹ ਦੱਸ ਕਿੱਥੇ ਹੈ, ਕਿਤੇ ਭੱਜ ਤਾਂ ਨਹੀਂ ਗਈ? ਨਹੀਂ, ਭੱਜੀ ਤਾਂ ਨਹੀਂ, ਪਰ ਰੋਂਦੀ ਹੈ ਆਪਣੇ ਜਾਣਦਿਆਂ ਨੂੰ। ਤੂੰ ਆਹ ਪਾਪ ਕਾਹਤੋਂ ਕਰਨਾ ਸੀ? ਤੂੰ ਇਹਨੂੰ ਪਾਪ ਕਹਿ ਜਾਂ ਪੁੰਨ, ਇਹ ਤਾਂ ਹੋਣਾ ਹੀ ਸੀ।
ਜੇ ਮੈਂ ਨਾ ਕਰਦਾ ਕਿਸੇ ਹੋਰ ਨੇ ਧੱਕੇ ਚੜ ਜਾਣਾ ਸੀ। ਚਾਰੇ ਪਾਸੇ ਮਾਰਕਾਟ ਹੋ ਰਹੀ ਹੈ। ਇੰਨੀ ਸੋਹਣੀ ਤੇ ਲਵਲਵੀ ਕੁੜੀ ਨੂੰ ਕੋਈ ਛੱਡ ਦਿੰਦਾ? ਇਹਨੂੰ ਬਾਰਡਰ ਨਹੀਂ ਟੱਪਣ ਦੇਣਾ ਸੀ ਕਿਸੇ ਨੇ। ਫਿਰ ਇਹਦਾ ਪਿਓ ਕਿਉਂ ਵੱਢਤਾ? ਭਾਈ ਕਿਉਂ ਮਾਰਤਾ? ਇਹ ਤਾਂ ਸਾਲਾ ਮੱਦੀ ਐਵੇਂ ਕਾਹਲੀ ਕਰ ਗਿਆ। ਬੁੜਾ ਵੀ ਥੋੜਾ ਜਿਹਾ ਅੜ ਗਿਆ ਸੀ। ਤੈਨੂੰ ਪਤਾ ਸੂਰਮੇ ਮੂਰੇ ਜੋ ਅੜੇ ਸੋ ਚੜੇ। ਸਾਹਿਬ ਸਿੰਘ ਆਪਣੇ ਸਾਥੀਆਂ ਦੀ ਕਰਤੂਤ ਨੂੰ ਸੂਰਮਗਤੀ ਗਰਦਾਨ ਰਿਹਾ ਸੀ। ਹੁਣ ਇਹਦਾ ਕੀ ਕਰਨਾ ਹੈ? ਜਲਕੌਰ ਨੇ ਜਾਣਨਾ ਚਾਹਿਆ। ਕਰਨਾ ਕੀ ਹੈ? ਘਰ ਦੀ ਤੀਵੀਂ ਬਣ ਕੇ ਰਹੇ ਸਿੱਧੀ ਹੋ ਕੇ। ਨਹੀਂ, ਇਹਨੇ ਮੇਰਾ ਅਸਲੀ ਰੂਪ ਉਸ ਟਿੱਬੇ ਤੇ ਦੇਖਿਆ ਹੋਇਆ। ਕੋਈ ਧਰਮ ਕਰਮ ਵੀ ਕੁਛ ਆਖਦਾ ਹੁੰਦਾ ਹੈ। ਐ ਤੀਵੀਂ ਕਿਵੇਂ ਬਣੇ ਤੇਰੀ? ਤੂੰ ਜੱਟੇ ਮੁਸਲਮਾਨੀ, ਨਾ ਕੋਈ ਵਿਆਹ ਨਾ ਮੁਕਲਾਵਾ। ਉਹ ਬੇਬੇ ਛੱਡ ਪਰੇ, ਆਪਾਂ ਧਰਮ ਕਰਮ ਤੋਂ ਕੀ ਲੈਣਾ? ਤੈਨੂੰ ਬਹੂ ਚਾਹੀਦੀ ਸੀ, ਉਹ ਆ ਗਈ। ਨਾਲੇ ਤੀਵੀਂ ਤਾਂ ਜਿਹਦੇ ਘਰੇ ਇੱਕ ਰਾਤ ਕੱਟ ਲਵੇ ਵਿਆਹ ਮੁਕਲਾਵਾ ਹੀ ਹੋ ਜਾਂਦਾ। ਲੋਕ ਤਾਂ ਚਿੱਤਰਾਂ ਮੂਹਰੇ ਆਪੇ ਵਿਸ਼ਨ ਪਦੇ ਪੜਨ ਲੱਗ ਪੈਂਦੇ ਨੇ। ਤੇ ਤੂੰ ਭੋਰਾ ਫਿਕਰ ਨਾ ਕਰ, ਇਹਨੂੰ ਭੱਜਣ ਨਹੀਂ ਦਿੰਦੇ। ਜੇ ਭੱਜਣ ਦੀ ਗਲਤੀ ਕਰੂ ਤਾਂ ਰੱਬ ਦੀਆਂ ਜੜ੍ਹਾਂ ਚੋਂ ਕੱਢ ਲਿਆਉਂ ਸਾਲੀ ਨੂੰ। ਗੱਲਾਂ ਸੁਣ ਕੇ ਮੇਹਰਗੁਲ ਦੀਆਂ ਅੱਖਾਂ 'ਚ ਲਹੂ ਉਤਰ ਆਇਆ। ਪਿਛਲੇ 2-3 ਦਿਨਾਂ 'ਚ ਜਿੰਨੀ ਸਹਿਜ ਹੋ ਗਈ ਸੀ ਉਨੀ ਬੇਚੈਨ ਤੇ ਭੈਭੀਤ ਹੋ ਗਈ। ਦਿਨ ਲੰਘ ਗਿਆ। ਸਾਬੀ ਐਵੇਂ ਕੱਖਾਂ ਕਾਨਿਆਂ 'ਚ ਹੱਥ ਪੈਰ ਮਾਰਦਾ ਫਜ਼ੂਲ ਦੀ ਫਰੋਲਾ ਫਰਾਲੀ ਕਰਦਾ ਰਿਹਾ। ਰਾਤ ਨੂੰ ਰੱਜ ਕੇ ਦਾਰੂ ਪੀਤੀ। ਜਲਕੌਰ ਕੋਲ ਦੂਜੀ ਕੋਠੜੀ 'ਚ ਪਈ ਮੇਹਰ ਨੂੰ ਬਾਹੋਂ ਫੜ ਕੇ ਘੜੀਸ ਲਿਆਇਆ। ਆਪਣੀ ਕੋਠੜੀ ਦਾ ਦੀਵਾ ਬੁਝਾ ਕੇ ਉੱਟ ਪਿਆ। ਮੇਹਰ ਨੇ ਬਥੇਰਾ ਵਿਰੋਧ ਕੀਤਾ, ਆਪਣੇ ਬਚਾਅ 'ਚ ਲੜਦੀ ਘੁਲਦੀ ਰਹੀ। ਅਖੀਰ 'ਚ ਇੱਕ ਵੱਡਾ ਕਮਾਣੀਦਾਰ ਚਾਕੂ ਉਹਦੀ ਛਾਤੀ ਤੇ ਖੁੱਭਿਆ। ਹਥਿਆਰ ਦੇਖ ਕੇ ਮੇਹਰ ਨੇ ਆਪਣੇ ਹਥਿਆਰ ਸੁੱਟ ਦਿੱਤੇ। ਸਾਹਿਬ ਸਾਰੀ ਰਾਤ ਆਪਣੀ ਹਵਸ ਪੂਰੀ ਕਰਦਾ ਰਿਹਾ। ਮੇਹਰ ਲੋਥ ਵਾਂਗ ਪਈ ਰਹੀ। ਦਿਨੇ ਕਿਧਰੇ ਨਿਕਲ ਜਾਇਆ ਕਰੇ। ਇਵੇਂ 3-4 ਰਾਤਾਂ ਲਗਾਤਾਰ ਕਹਿਰ ਬਣ ਕੇ ਟੁੱਟਦੀਆਂ ਰਹੀਆਂ। ਮੇਹਰ ਲਈ ਜਿਉਣਾ ਅਸਹਿ ਹੋ ਗਿਆ। ਜਦੋਂ ਕੁਆਰਾ ਪਾਣੀ ਲੁੱਟਿਆ ਗਿਆ ਤਾਂ ਔਰਤ ਪਾਸ ਬਾਕੀ ਕੀ ਬਚਿਆ? ਉਸ ਲਈ ਇਹ ਸਦਮਾ ਆਪਣੇ ਬਾਪੂ ਤੇ ਵੀਰ ਦੇ ਕਤਲ ਦੇ ਸਦਮੇ ਨਾਲੋਂ ਕਿਤੇ ਭਾਰਾ ਤੇ ਨਾਕਾਬਲੇ ਬਰਦਾਸ਼ਤ ਸੀ, ਜਿਹਨੇ ਮੇਹਰ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ। ਖੁੱਸਿਆ ਸਰੀਰ, ਬਲੁੰਦਰਿਆ ਮਨ ਲੈ ਕੇ ਜਲਕੌਰ ਦੇ ਗਲ ਲੱਗ ਜੰਗਦੀ। ਸਵੇਰੇ ਸਵੇਰੇ ਟਹਿਲਾ ਤੇ ਤਾਰੂ ਆਏ। ਸਾਹਿਬ ਸਿੰਘ ਖੂਹੀ ਤੇ ਨਹਾ ਰਿਹਾ ਸੀ। ਬੈਠੇ ਨਹੀਂ, ਵਿਹਲਾ ਹੋਣ ਦੀ ਉਡੀਕ ਕਰਦੇ ਰਹੇ। ਕਿਉਂ ਅੱਜ ਵੀ ਕਰਦੇ ਹੋ? ਚੱਲਦੇ ਆ, ਮੈਂ ਤਿਆਰ ਹੋ ਲਵਾਂ, ਸਾਹਿਬ ਨੇ ਕੱਪੜੇ ਪਾਉਂਦਿਆਂ ਕਿਹਾ। ਜਾਣਾ ਜੂਣਾ ਕਿਧਰੇ ਨਹੀਂ ਅੱਜ, ਅਸੀਂ ਤਾਂ ਤੇਰੇ ਨਾਲ ਹਿਸਾਬ ਕਿਤਾਬ ਕਰਨ ਆਏ ਆ। ਸਾਹਿਬ ਮੰਜੀ ਤੇ ਆ ਬੈਠਾ ਤੇ ਬੋਲਿਆ, ਹਾਂ ਬੋਲੋ, ਕਾਹਦਾ ਹਿਸਾਬ ਕਿਤਾਬ? ਤਾਰੂ ਚੁੱਪ ਰਿਹਾ। ਟਹਿਲਾ ਬੋਲਿਆ, ਹੁਣ ਤੱਕ ਦੀਆਂ ਲੁੱਟਾਂ ਦਾ ਹਿਸਾਬ। ਐਵੇਂ ਭੋਲਾ ਜਾ ਨਾ ਬਣ। ਮੂਰੇ ਹੋ ਕੇ ਮਰਦੇ ਅਸੀਂ ਰਹੇ। ਮਾਲ ਸਾਂਭਣ ਵੇਲੇ ਤੂੰ ਤੇ ਮੱਦੀ ਮੂਰੇ, ਤੀਵੀਆਂ ਤੁਸੀਂ ਸਾਂਭ ਲੀਆਂ। ਰੁਪਈਏ ਪੈਸੇ ਤੁਹਾਡੇ ਹੋਏ ਤੇ ਸਾਨੂੰ ਲੀਰਾਂ ਦੀਆਂ ਗੱਠੜੀਆਂ ਚਕਾ ਕੇ ਹੱਕ ਦਿੰਦੇ। ਮਾਰੋ ਤਾਰੂ ਇਹਦੇ ਤਲਵਾਰ, ਮਾਰੋ ਟਹਿਲਿਆ ਇਹਦੇ ਬਰਛਾ। ਹੁਕਮ ਤੁਹਾਡਾ, ਹੱਥ ਸਾਡਾ। ਅੱਜ ਨਿਬੇੜਾ ਕਰਨ ਆਏ ਆ, ਚਾਹੇ ਮੱਦੀ ਨੂੰ ਬੁਲਾ ਲੈ, ਪਰ ਗੱਲ ਨਿਬੜਦੀ ਕਰ ਸਾਡੀ। ਸਾਹਿਬ ਸਿੰਘ ਨੇ ਪਹਿਲਾਂ ਕਦੇ ਇੰਨੇ ਉੱਚੇ ਬੋਲ ਨਹੀਂ ਸੀ ਸੁਣੇ। ਅੱਕ ਗਿਆ। ਫਿਰ ਤਾਂ ਝਗੜਾ ਕਰਨ ਆਏ ਹੋ? ਤੂੰ ਜਿਵੇਂ ਮਰਜ਼ੀ ਸਮਝ, ਅਸੀਂ ਤਾਂ ਆਪਦਾ ਹੱਕ ਲੈਣ ਆਏ ਆ। ਦੋਵੇਂ ਇੱਕ ਸੁਰ 'ਚ ਬੋਲੇ। ਦਲੀਲਬਾਜੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਝਗੜਾ ਵੱਧ ਗਿਆ। ਬਸ ਕਰ ਓਏ ਟਹਿਲਿਆ, ਹੁਣ ਹੋਰ ਨਾ ਬੋਲੀ। ਮੈਂ ਕਦੋਂ ਦਾ ਭਲਮਾਨ ਸੀ ਕਰੀ ਜਾਣਾ ਤੇ ਤੂੰ ਸਿਰ ਚੜਦਾ ਆਉਣਾ। ਇੰਨਾ ਆਖ ਕੇ ਸਾਹਿਬ ਨੇ ਡੱਬ 'ਚੋਂ ਪਿਸਤੌਲ ਕੱਢਿਆ ਤੇ ਟਹਿਲੇ ਦੀ ਪੁੜਪੁੜੀ ਤੇ ਰੱਖ ਕੇ ਘੋੜਾ ਦਬਾ ਦਿੱਤਾ। ਤੇ ਤਾਰੂ ਚਿੱਤੜਾ ਨੂੰ ਅੱਡੀਆਂ ਲਾ ਕੇ ਥੋ ਬੀਟ ਹੋ ਗਿਆ। ਕਿਹੜੇ ਪੈਸੇ, ਕਿਹੜਾ ਹਿਸਾਬ ਕਿਤਾਬ, ਜਾਨ ਬਚੀ, ਲੱਖੋਂ ਪਾਏ। ਪੁਲਿਸ ਆਈ, ਤਾਰੂ ਨਾਲ ਸੀ। ਸਾਹਿਬ ਸਿੰਘ ਨੇ ਸਫਾਈ ਦਿੱਤੀ, ਜਨਾਬ ਇਹ ਦੋਨੋਂ ਮੈਨੂੰ ਮਾਰਨ ਦੇ ਇਰਾਦੇ ਨਾਲ ਆਏ ਸੀ। ਜੇ ਮੈਂ ਨਾ ਮਾਰਦਾ ਇਹ ਮੈਨੂੰ ਮਾਰ ਦਿੰਦੇ। ਸੋ ਸਾਲਾ ਮਰ ਗਿਆ। ਮੈਂ ਕਿਹੜਾ ਇਹਨੂੰ ਘਰੋਂ ਬੁਲਾਉਣ ਗਿਆ ਸੀ। ਤਾਰੂ ਨੇ ਸਾਰਾ ਕੁਝ ਦੱਸਿਆ ਹੋਇਆ ਸੀ। ਥਾਣੇਦਾਰ ਨੇ ਇੱਕ ਨਾ ਸੁਣੀ। ਥਾਣੇ ਲਿਜਾ ਕੇ ਕਤਲ ਦਾ ਚਲਾਨ ਕੱਟ ਕੇ ਜੱਜ ਅੱਗੇ ਪੇਸ਼ ਕਰਤਾ। ਕੁੱਲ ਅਪਰਾਧਕ ਰਿਕਾਰਡ ਦੇਖਦਿਆਂ ਘਟਨਾ ਤੇ ਤਾਰੂ ਦੀ ਗਵਾਹੀ ਦੇਖ ਕੇ ਜੱਜ ਨੇ 20 ਸਾਲੀ ਚੰਦਰ ਠੋਕਤਾ। ਜਲਕੌਰ ਸਿਰ ਪਿੱਟ ਕੇ ਬਹਿ ਗਈ। ਘਰ ਦੀ ਪਿਛਾੜੀ ਆ ਗਈ। ਮੈਂ ਤਾਂ ਪਹਿਲਾਂ ਹੀ ਆਖ ਬੈਠੀ ਸੀ, ਇਹ ਮੁੰਡਾ ਨਾਲ ਆਪ ਮਰੂ, ਨਾਲ ਸਾਨੂੰ ਮਾਰੂ। ਹਾਂ ਭੈਣੇ, ਜਦੋਂ ਕੋਈ ਧੀ ਪੁੱਤ ਕਹਿਣੇ ਤੋਂ ਬਾਹਰ ਹੋ ਜਾਏ, ਅੱਤ ਚੱਕ ਲਵੇ ਤਾਂ ਰੱਬ ਵੀ ਦੇਖਦਾ ਹੁੰਦਾ। ਪਰ ਬਾਕੀਆਂ ਨੇ ਰੱਬ ਦਾ ਕੀ ਵਿਗਾੜਿਆ ਹੁੰਦਾ? ਜਿਹੜਾ ਕਰਦਾ ਕੋਈ ਹੈ ਤੇ ਭੁਗਤਦੇ ਵਿਚਾਰੇ ਉਹ ਨੇ। ਉਹਨਾਂ ਨੇ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਹੁੰਦਾ। ਹਾਲੇ ਵੀ ਸ਼ੁਕਰ ਕਰ 20 ਸਾਲੀ ਹੋਈ ਹੈ। ਜੇ ਮਾਰਨ ਦਾ ਹੁਕਮ ਹੋ ਜਾਂਦਾ ਤਾਂ ਕੀ ਕਰਦੀ? ਜੀ ਖਰਾਬ ਨਾ ਕਰ, ਬਸ ਆਇਆ ਸਮਝ 5-7 ਸਾਲਾਂ 'ਚ। ਬਹੂ ਨੂੰ ਗਲ ਪੇਟ ਲਾ ਕੇ ਰੱਖ। ਹਾਂ ਜਲਕੁਰੇ, ਹੁਣ ਤਾਂ ਇਹੀ ਤੇਰਾ ਸਹਾਰਾ ਹੈ। ਅਫਸੋਸ ਕਰਨ ਆਈਆਂ ਔਰਤਾਂ ਆਪਣੀ ਆਪਣੀ ਮੱਤ ਦੇ ਕੇ ਗਈਆਂ। ਕੁਛ ਮੇਹਰ ਨਾਲ ਵੀ ਹਮਦਰਦੀ ਪ੍ਰਗਟ ਕਰਦੀਆਂ। ਲੈ ਵਿਚਾਰੀ ਇਹ ਵੀ ਕੀ ਲੇਖ ਲਿਖਾ ਕੇ ਆਈ ਹੈ। ਵੱਡਾ ਟੁੱਕੀ 'ਚ ਪਤਾ ਨਹੀਂ ਕਿਤੋਂ ਵਿਛੜੀ ਹੋਊ। ਖਬਰੇ ਕੀ ਅਨਰਥ ਝੱਲਿਆ ਹੋਊ ਵਿਚਾਰੀ ਨੇ।
ਹਾਂ ਭੈਣੇ, ਅਸਲ ਦੁਖੀਆ ਤਾਂ ਇਹ ਹੈ ਜਿਹੜੀ ਇਸ ਟਿਕਾਣੇ ਵੀ ਆਈ ਤੇ ਆ ਵਕਤ ਪੈ ਗਿਆ। ਗੱਲਾਂ ਕੇਵਲ ਢਾਰਸ ਬਣਾਉਣ ਤੱਕ ਸੀਮਤ ਹੁੰਦੀਆਂ। ਸਾਹਿਬ ਦਾ ਕਸੂਰ ਕੱਢਣ ਦਾ ਹੀਆ ਕਿਸੇ ਨੇ ਨਾ ਕੀਤਾ। ਮੇਰ ਸੋਚਦੀ ਕਿਵੇਂ ਪੋਪ ਲੀਲਾ ਕਰਦੇ ਨੇ ਲੋਕੀ, ਹਾਲਾਂਕਿ ਲੋਕ ਸਾਹਿਬ ਸਿੰਘ ਦੇ ਮਾੜੇ ਅਖਲਾਕ ਬਾਰੇ ਬਹੁਤ ਕੁਝ ਜਾਣਦੇ ਆ। ਖੁਦ ਜਲਕੁਰ ਵੀ ਲੋਕਾਂ ਪਾਸ ਸਾਬੀ ਦੀਆਂ ਕਰਤੂਤਾਂ ਤੋਂ ਦੁਖੀ ਹੋਈ ਆਪਣਾ ਮਨ ਹੌਲਾ ਕਰ ਲੈਂਦੀ ਸੀ, ਪਰ ਸੱਚ ਆਖਣ ਤੋਂ ਹਰੇਕ ਡਰਦਾ ਹੁੰਦਾ ਹੈ। ਮੇਰ ਗੁੱਲ ਲਈ ਸਾਹਿਬ ਸਿੰਘ ਦਾ ਜੇਲ੍ਹ ਜਾਣਾ ਬੜਾ ਮਾਮੂਲੀ ਘਟਨਾ ਸੀ। ਇਸ ਘਟਨਾ ਉੱਪਰ ਉਹ ਖੁਸ਼ ਹੋਵੇ ਜਾਂ ਰੋਵੇ ਇਹਦੀ ਸਮਝ 'ਚ ਨਹੀਂ ਸੀ ਆ ਰਿਹਾ। ਉਹ ਕੇਵਲ ਇੰਨਾ ਜਾਣਦੀ ਸੀ ਕਿ ਇੰਨੇ ਵੱਡੇ ਦਰਦ ਦੇਣ ਵਾਲੇ ਵਿਅਕਤੀ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਬਹੁਤ ਘੱਟ ਸੀ। ਚਲੋ ਖਹਿੜਾ ਛੁੱਟਿਆ ਬੇਕਿਰਕੇ ਬੰਦੇ ਤੋਂ। ਹੁਣ ਉਹਨੂੰ ਆਪਣਾ ਭਵਿੱਖ ਆਪ ਤੈਅ ਕਰਨ 'ਚ ਕੋਈ ਰੁਕਾਵਟ ਨਹੀਂ ਸੀ। ਉਹ ਉਹਦੇ ਸਜ਼ਾ ਕੱਟ ਕੇ ਮੁੜ ਆਉਣ ਦੀ ਉਡੀਕ ਕਰਨਾ ਨਹੀਂ ਸੀ ਚਾਹੁੰਦੀ। ਜਿੰਨੀ ਜਲਦੀ ਹੋ ਸਕੇ ਇਸ ਘਰ ਨੂੰ ਤਿਆਗ ਕੇ ਤੁਰ ਜਾਣ 'ਚ ਭਲਾ ਸਮਝਦੀ ਸੀ। ਸੋਚਾਂ ਦੀ ਇਸੇ ਉਧੇੜ ਬੁਣ 'ਚ ਲੱਗੀ ਹੋਈ ਮੌਕੇ ਦੇ ਸਾਜ਼ਗਾਰ ਹੋਣ ਦੀ ਉਡੀਕ ਕਰਦੀ ਰਹੀ। ਮੁੰਡਾ ਬੜਾ ਲੜਾਕੇਦਾਰ, ਮਾਂ ਦਾ ਖਸਮ, ਭੈਣ ਦਾ ਯਾਰ। ਧੰਨਵਾਦ।